ਸਿਹਤ ਮੰਤਰੀ ਵੱਲੋਂ ਜੋ 2 ਦਿਨ ਪਹਿਲਾਂ ਮਸਲਾ ਸੀਗਾ ਚੱਕਿਆ ਗਿਆ ਕਿ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਗਏ, ਉੱਥੇ ਜਾ ਕੇ ਉਹਨਾਂ ਦੇ ਨਾਲ ਵੀਸੀ ਜੋ ਨੇ ਰਾਜ ਬਹਾਦਰ, ਡਾਕਟਰ ਰਾਜ ਬਹਾਦਰ, ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਤੀਰਾ ਕੀਤਾ। ये पैरासिटामोल की गोली नहीं, कुछ भी नहीं है जी इत्थे ते बहुत सौखे शिकार बना ले जाते हैं डॉक्टर के इहदे काम नहीं कर रहे, पर वो सरकारी हॉस्पिटल वाले जो छड्ड के यही डॉक्टर प्राइवेट विच बैठ जाते हैं, बड़े सफल भी होंदे ने। ਤੇ ਹੁਣ ਉਹ ਖਬਰ ਮੀਡੀਆ ਦੇ ਵਿੱਚ ਆਈ ਹੈ। ਖਬਰ ਤਾਂ ਉਸੇ ਵੇਲੇ ਫੈਲ ਗਈ ਸੀ ਜਦੋਂ ਕੈਮਰੇ ਔਨ ਸੀ, ਤਾਂ ਉਸੇ ਵਕਤ ਉਹਨਾਂ ਨੇ ਕਿਹਾ ਸੀ ਕਿ ਕਿਸ ਤਰੀਕੇ ਦੇ ਤੁਹਾਡੇ ਗੱਦੇ ਨੇ, ਦੇਖੋ ਤੁਸੀਂ ਖੁਦ ਇਹਨਾਂ ਦੇ ਪੈ ਕੇ ਦੇਖੋ ਕਿ ਤੁਸੀਂ ਮਰੀਜ਼ਾਂ ਨੂੰ ਐਵੇਂ ਪਾਉਂਦੇ ਹੋ। जिथे कमियां पेशियां ने वो कदे किसी भी सरकार ने उस पासे ध्यान नहीं दिता। ਉਹ ਚੀਜ਼ਾਂ ਨੇ ਜਿਹੜੀਆਂ ਉਹ ਅੱਗ ਦੀ ਤਰ੍ਹਾਂ ਪੂਰੇ ਸੰਸਾਰ ਭਰ ਦੇ ਵਿੱਚ ਫੈਲ ਗਈਆਂ ਨੇ। मैं बिल्कुल ये जायज नहीं ठहराऊंगी कि किसी वाइस चांसलर को मजबूर किया जाए कैमरे अधीन किसी पंजे से लेते हो। असीफे भी लिखे डॉक्टर ने भी ये लिखा कि इत्थे कालियां भेडियां भेडां ने जो सियासतदानां दे नाल जुड़ के कुछ गलत फहमियां भी करते ने, उजागर सिलेक्टिव बंदियां जिन्हां नाल उहदी ना बनती होवे कि खराब ने, इन्हां नूं चक्को। ते फिर उस समय सियासतदानां नूं भी अखां मीट के ये गल्लां नहीं मनणियां चाहीदियां, अखां खोल के देखो। शहीदियां नूं उत्ते बिठा दिता जांदा जे उन्हां दीयां लोड़ां पूरीआं कीतीआं जांदियां, ते फिर उदों मैनूं इह दसो कि मेरे वर्गे होर जिन्ने भी बैठे आवाज़ां कढदे कूकदे कि भाई इत्थे पीण दा पानी नहीं, इत्थे इन्हां दे बैठ के कुछ ठंडी थां ते बहण दा कोई सहूलत नहीं, कोई खाण पीण दी चज दी थां नहीं, कोई गुसलखाने नहीं जिथे डॉक्टर भी जा सकन साडे विद्यार्थी। ये गल्लां किसते करनी जाणियां ने, क्योंकि वो अन्ने कोले गूंगे एडमिनिस्ट्रेटिव थां ते जिथे बैठे ने वो चहेते हुंदे ने उपर लिया सैनिटाइजर विचों इन्ना खाधा जांदा, ते जिथे इमारत 200 करोड़ की खड़ी होवे उत्थे जरा हिसाब लाओ की कुछ खाधा जांदा होना, क्योंकि वो अपने वार्ड विच लै जाणगे एडमिनिस्ट्रेटिव जो हैड्स ने, ते सानूं किहा जांदा पुराने मंजे ते चक्को ते उहनां नाल ही साथ लो, भई उहनां पुराने मंजिਆਂ ते ਅਸੀਂ नहीं पैना ਹੁੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੁਝ ਅਜਿਹੇ ਟੌਪਿਕਸ ਤੇ ਜਿਸ ਤੇ ਗੱਲਬਾਤ ਕਰਨੀ ਪੈਂਦੀ ਹੁੰਦੀ ਹੈ, ਤੇ ਆਪਾਂ ਘਰਾਂ ਦੇ ਵਿੱਚ ਕਈ ਅਜਿਹੀਆਂ ਗੱਲਾਂ ਨੂੰ ਸੋਚਦੇ ਹਾਂ, ਵਿਚਾਰਦੇ ਹਾਂ, ਇਹ ਚਾਹੁੰਦੇ ਹੁੰਦੇ ਆ ਵੀ ਕੋਈ ਸਾਨੂੰ ਇਸ ਤੇ ਖੁੱਲ੍ਹ ਕੇ ਦੱਸੇ ਕਿ ਆਖਿਰਕਾਰ ਇਹ ਕੀ ਹੈ। ਉਹ ਭਾਵੇਂ ਕਿਸੇ ਬਿਮਾਰੀ ਨੂੰ ਰਿਲੇਟਡ ਹੋਵੇ, ਭਾਵੇਂ ਘਰ ਬਾਰ ਦੇ ਕਿਸੇ ਮਸਲੇ ਨੂੰ ਰਿਲੇਟਡ ਹੋਵੇ, ਰਾਜਨੀਤਿਕ ਮਸਲਿਆਂ ਨੂੰ ਹੋਵੇ, ਧਾਰਮਿਕ ਮਸਲਿਆਂ ਨੂੰ ਹੋਵੇ, ਤਾਂ ਅਸੀਂ ਤਕਰੀਬਨ ਸਾਰੇ ਰਲਦੇ ਮਿਲਦੇ ਜਿਹੜੇ ਮਸਲੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ। ਤਾਂ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਲਈ ਆਪਾਂ ਤੁਹਾਡੇ ਸੁਝਾਅ ਵੀ ਮੰਗਦੇ ਹੁੰਦੇ ਹਾਂ ਕਿ ਕਿਹੜਾ ਟੌਪਿਕ ਹੈ ਜਿਹੜਾ ਆਪਾਂ ਇਸ ਪ੍ਰੋਗਰਾਮ 'ਚ ਲੈ ਸਕਦੇ ਹਾਂ, ਤੁਸੀਂ ਕਿਸ ਤੇ ਗੱਲਬਾਤ ਜਾਂ ਫਿਰ ਵਿਸਥਾਰ ਸਹਿਤ ਵਿਆਖਿਆ ਜਿਹੜੀ ਉਹ ਚਾਹੁੰਦੇ ਹੁੰਦੇ ਹੋ। ਸੋ ਸਾਰੇ ਹੀ ਮਸਲਿਆਂ ਤੇ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਵੇਖ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਸਾਡੇ ਸਾਰੇ ਦਰਸ਼ਕ ਚਾਹੁੰਦੇ ਨੇ ਕਿ ਡਾਕਟਰ ਹਰਸ਼ਿੰਦਰ ਕੌਰ ਉਹ ਸ਼ਖਸੀਅਤ ਨੇ ਜੋ ਪੇਸ਼ੇਵਰ ਡਾਕਟਰ ਤਾਂ ਹੈ ਹੀ ਨੇ, ਪਰ ਇਹ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੀ ਬੜੇ ਮੋਹਰੀ ਜਾਣੇ ਜਾਂਦੇ ਨੇ। ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿੰਨੇ ਵੀ ਪੰਜਾਬੀ ਨੇ ਉਹ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਦੇ ਨੇ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਘੁੰਮਦੇ ਨੇ, ਔਰਤਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ। ਕਿਤੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਇਹ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ, ਤਾਂ ਔਰਤਾਂ ਦੇ ਹੱਕਾਂ ਦੇ ਲਈ ਆਵਾਜ਼ ਚੁੱਕਦੇ ਨੇ ਹਮੇਸ਼ਾ। ਤਾਂ ਬਹੁਤ ਸਾਰੇ ਦਰਸ਼ਕ ਨੇ ਜਿਹੜੇ, ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਸੋ ਇਸ ਲਈ ਆਪਾਂ ਇਹ ਪ੍ਰੋਗਰਾਮ ਰੱਖਿਆ ਹੋਇਆ ਤਾਂ ਕਿ ਡਾਕਟਰ ਹਰਸ਼ਿੰਦਰ ਕੌਰ ਨੂੰ ਚਾਹਣ ਵਾਲੇ ਤੇ ਇਹਨਾਂ ਦੀਆਂ ਗੱਲਾਂ ਨੂੰ ਵਧੀਆ ਤਰੀਕੇ ਨਾਲ ਸੁਣਨ ਵਾਲੇ ਤੇ ਉਹਨਾਂ ਤੇ ਅਮਲ ਕਰਨ ਵਾਲੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦੇ ਰੂਬਰੂ ਮੈਮ ਨੂੰ ਕਰਵਾਇਆ ਜਾਵੇ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਵੀ ਆਪਾਂ ਦੱਸਾਂਗੇ, ਪਰ ਉਸ ਤੋਂ ਪਹਿਲਾਂ ਆਪਾਂ
ਗੱਲਬਾਤ ਕਰਾਂਗੇ ਕਿ ਸਿਹਤ ਮੰਤਰੀ ਵੱਲੋਂ ਜੋ 2 ਦਿਨ ਪਹਿਲਾਂ ਮਸਲਾ ਸੀਗਾ ਚੱਕਿਆ ਗਿਆ ਕਿ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਗਏ, ਉੱਥੇ ਜਾ ਕੇ ਉਹਨਾਂ ਦੇ ਨਾਲ ਵੀਸੀ ਜੋ ਨੇ ਰਾਜ ਬਹਾਦਰ, ਡਾਕਟਰ ਰਾਜ ਬਹਾਦਰ, ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਤੀਰਾ ਕੀਤਾ, ਤੇ ਹੁਣ ਉਹ ਖਬਰ ਹੈ ਮੀਡੀਆ ਦੇ ਵਿੱਚ ਆਈ ਹੈ। ਖਬਰ ਤਾਂ ਉਸੇ ਵੇਲੇ ਫੈਲ ਗਈ ਸੀ ਜਦੋਂ ਕੈਮਰੇ ਔਨ ਸੀ, ਤਾਂ ਉਸੇ ਵਕਤ ਉਹਨਾਂ ਨੇ ਕਿਹਾ ਸੀ ਕਿ ਕਿਸ ਤਰੀਕੇ ਦੇ ਤੁਹਾਡੇ ਗੱਦੇ ਨੇ, ਦੇਖੋ ਤੁਸੀਂ ਖੁਦ ਇਹਨਾਂ ਦੇ ਪੈ ਕੇ ਦੇਖੋ ਕਿ ਤੁਸੀਂ ਮਰੀਜ਼ਾਂ ਨੂੰ ਐਵੇਂ ਪਾਉਂਦੇ ਹੋ। ਤਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਅੱਗ ਦੀ ਤਰ੍ਹਾਂ ਪੂਰੀ ਸੰਸਾਰ ਭਰ ਦੇ ਵਿੱਚ ਫੈਲ ਗਈਆਂ ਨੇ, ਜਿਸ ਦੇ ਮੱਦੇ ਨਜ਼ਰ ਬਹੁਤ ਸਾਰੇ ਡਾਕਟਰਸ ਵੱਲੋਂ ਵੀ ਆਪਣੇ ਅਸਤੀਫਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਤਾਂ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਇੱਕ ਸੀਨੀਅਰ ਲੈਵਲ ਦੇ ਡਾਕਟਰ ਦੇ ਨਾਲ, ਜਿਨ੍ਹਾਂ ਦਾ ਉੱਥੇ ਅਹੁਦਾ ਵੀ ਬਹੁਤ ਵੱਡਾ, ਵੀਸੀ ਦਾ ਅਹੁਦਾ ਕੋਈ ਛੋਟਾ ਅਹੁਦਾ ਨਹੀਂ ਹੁੰਦਾ, ਕਿ ਉਹਨਾਂ ਦੇ ਨਾਲ ਅਜਿਹਾ ਸਲੂਕ ਕਰਨਾ ਬੇਹੱਦ ਗਲਤ ਹੈ, ਕਿਉਂਕਿ ਉਹਨਾਂ ਦਾ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਕੰਮ ਹੈ, ਗੱਦਿਆਂ ਦੀ ਜਿਹੜੀ ਅਦਲਾ ਬਦਲੀ ਦਾ ਕੰਮ ਹੈ, ਨਵੇਂ ਲਿਆਉਣੇ ਨੇ ਪੁਰਾਣੇ ਸਿੱਟਣੇ ਨੇ, ਇਹ ਕੰਮ ਹੈ ਜਿਹੜਾ ਉਹ ਸਰਕਾਰਾਂ ਦਾ ਹੈ ਕਿ ਉੱਥੇ ਲੋਕਾਂ ਦੀਆਂ ਸਹੂਲਤਾਂ ਦੇ ਲਈ ਕੀ ਕਰਨਾ, ਕਿਉਂਕਿ ਡਾਕਟਰ ਆਪਣਾ ਕੰਮ ਵਧੀਆ ਤਰੀਕੇ ਦੇ ਨਾਲ ਕਰਦੇ ਨੇ। ਸੋ ਇਹ ਹੀ ਜਿਹੜੀ ਟੌਪਿਕ 'ਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਹੈ ਜਿਹੜੀ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਕਰਾਂਗੇ। ਮੈਮ, ਤੁਸੀਂ ਦੱਸੋ ਕਿ ਜੋ ਇਹ ਸਭ ਕੁਝ ਹੋਇਆ, ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਨਵਦੀਪ ਜੀ, ਮੇਰਾ ਖਿਆਲ ਹੈ ਸਾਡੇ ਸੁਣਨ ਵਾਲੇ ਵੀ ਸਭ ਜਾਣਦੇ ਨੇ ਕਿ ਆਪਾਂ ਘੱਟੋ ਘੱਟ 2 ਸਾਲਾਂ ਤੋਂ ਲਗਾਤਾਰ ਇਸ ਵਿਸ਼ੇ ਤੇ ਵਾਰ-ਵਾਰ ਗੱਲ ਕਰਦੇ ਰਹੇ ਹਾਂ ਕਿ ਕੀ ਕੁਝ ਕਮੀਆਂ ਨੇ ਸਾਡੇ ਇੱਥੇ ਹਸਪੀਟਲ ਦੇ ਵਿੱਚ, ਕੀ ਕੁਝ ਕਰਨ ਵਾਲਾ ਹੈ, ਤੇ ਇਸ ਸੰਬੰਧੀ ਕਿਵੇਂ ਸਰਕਾਰਾਂ ਬੇਰੁਖੀ ਦਿਖਾ ਰਹੀਆਂ ਨੇ। ਤੇ ਉਹਦੇ ਬਾਰੇ ਮੇਰਾ ਖਿਆਲ ਹੈ ਕੋਈ ਅਸੀਂ ਹੱਦ ਤਾਂ ਛੱਡੀ ਨਹੀਂ ਸੀ, ਹਰ ਇੱਕ ਚੀਜ਼ ਨੂੰ ਗਿਣਾਉਂਦੇ ਹਾਂ ਕਿ ਪੈਰਾਸੀਟਾਮੋਲ ਦੀ ਗੋਲੀ ਨਹੀਂ, ਕੁਝ ਵੀ ਨਹੀਂ, ਯਾਨੀ ਇੱਥੇ ਤੇ ਬਹੁਤ ਸੌਖੇ ਸ਼ਿਕਾਰ ਬਣਾ ਲਏ ਜਾਂਦੇ ਨੇ ਡਾਕਟਰ ਕਿ ਇਹਦੇ ਕੰਮ ਨਹੀਂ ਕਰ ਰਹੇ, ਪਰ ਉਹ ਸਰਕਾਰੀ ਹਸਪੀਟਲ ਵਾਲੇ ਜਦੋਂ ਛੱਡ ਕੇ ਇਹੀ ਡਾਕਟਰ ਪ੍ਰਾਈਵੇਟ ਵਿੱਚ ਬੈਠ ਜਾਂਦੇ ਨੇ, ਬੜੇ ਸਫਲ ਵੀ ਹੁੰਦੇ ਨੇ, ਲਾਈਨਾਂ ਲੱਗੀਆਂ ਹੁੰਦੀਆਂ ਉਹਨਾਂ ਕੋਲ ਉਦੋਂ ਵੀ। ਤਾਂ ਮਤਲਬ ਹੈ ਕਿ ਇੱਕ ਡਾਕਟਰ ਦੇ ਆਪਣੇ ਕੰਮਕਾਰ ਵਿੱਚ ਕਮੀ ਨਹੀਂ ਸੀ, ਪਰ ਜੋ ਉਸ ਤੋਂ ਮੰਗ ਕੀਤੀ ਜਾਂਦੀ ਹੈ ਸਰਕਾਰੀ ਹਸਪੀਟਲ ਦੇ ਵਿੱਚ, ਉਹਦੇ ਵਿੱਚ ਜਿੱਥੇ ਕਮੀਆਂ ਪੇਸ਼ੀਆਂ ਨੇ ਉਹ ਕਦੇ ਕਿਸੇ ਵੀ ਸਰਕਾਰ ਨੇ ਉਸ ਪਾਸੇ ਧਿਆਨ ਨਹੀਂ ਸੀ ਦਿੱਤਾ ਜੀ। ਗੱਲ ਗੱਦੇ ਦੀ ਤੁਸੀਂ ਕਿਉਂਕਿ ਜ਼ਿਕਰ ਹੀ ਉਹ ਕੀਤਾ, ਦੇਖੋ ਕਸੂਰ ਮੈਨੂੰ ਜਾਪਦਾ ਹੈ ਦੋਵਾਂ ਪਾਸਿਆਂ ਦਾ। ਮੈਂ ਹੱਥ ਜੋੜ ਖਿਮਾ ਸਾਰਿਆਂ ਤੋਂ, ਆਪਣੀ ਡਾਕਟਰ ਕਮਿਊਨਿਟੀ ਤੋਂ ਵੀ। ਮੈਂ ਬਿਲਕੁਲ ਇਹ ਜਾਇਜ਼ ਨਹੀਂ ਠਹਿਰਾਉਂਦੀ ਕਿ ਕਿਸੇ ਵਾਈਸ ਚਾਂਸਲਰ ਨੂੰ ਮਜਬੂਰ ਕੀਤਾ ਜਾਵੇ ਕੈਮਰੇ ਅਧੀਨ ਕਿ ਤੁਸੀਂ ਮੰਜੇ ਤੇ ਲੇਟੋ। ਪਰ ਇੱਕ ਦੂਸਰਾ ਪੱਖ ਦੇ ਕਿ ਕੀ ਡਾਕਟਰ ਸਪਾਈਨਲੈਸ ਤਾਂ ਨਹੀਂ ਹੌਲੀ ਹੌਲੀ ਹੋਈ ਜਾਂਦੇ, ਕਿ ਉਹ ਆਪਣੀ ਵਕਤ ਸਮਝਦੇ ਨੇ ਕਿ ਇਸ ਸੰਬੰਧੀ ਜੋ ਇਸ ਵੇਲੇ ਇਹ ਸਾਰੀਆਂ ਕਮੀਆਂ ਪੇਸ਼ੀਆਂ ਨੇ, ਕਿ ਉਹਨਾਂ ਲਈ ਖੁੱਲ੍ਹ ਕੇ ਉਹਨਾਂ ਨੇ ਆਵਾਜ਼ ਚੁੱਕੀ ਸੀ ਕਿ ਇਹ ਕਮੀਆਂ ਨੇ ਪੂਰੀਆਂ ਕੀਤੀਆਂ ਜਾਣ, ਜਾਂ ਕਿ ਬਹੁਤ ਸਾਰੇ ਥਾਈਂ ਅਸੀਂ ਦੇਖਦੇ ਹਾਂ ਡਾਕਟਰ ਹੀ ਡਾਕਟਰਾਂ ਦੇ ਪਿੱਠ ਪਿੱਛੇ ਛੁਰੇ ਮਾਰ ਕੇ, ਜੋ ਕਿ ਇੱਕ ਅਸਤੀਫੇ ਵਿੱਚ ਲਿਖੇ ਡਾਕਟਰ ਨੇ ਵੀ ਇਹੋ ਲਿਖਿਆ ਕਿ ਇੱਥੇ ਕਾਲੀਆਂ ਭੇਡਾਂ ਨੇ ਜੋ ਸਿਆਸਤਦਾਨਾਂ ਦੇ ਨਾਲ ਜੁੜ ਕੇ ਕੁਝ ਗਲਤ ਫਹਿਮੀਆਂ ਵੀ ਕਰਦੇ ਨੇ, ਉਜਾਗਰ ਸਿਲੈਕਟਿਵ ਬੰਦਿਆਂ ਵਿਰੁੱਧ ਜਿਨ੍ਹਾਂ ਨਾਲ ਉਹਦੀ ਨਾ ਬਣਦੀ ਹੋਵੇ ਕਿ ਖਰਾਬ ਨੇ, ਇਹਨਾਂ ਨੂੰ ਚੱਕੋ। ਤੇ ਫਿਰ ਉਸ ਸਮੇਂ ਸਿਆਸਤਦਾਨਾਂ ਨੂੰ ਵੀ ਅੱਖਾਂ ਮੀਟ ਕੇ ਇਹ ਗੱਲਾਂ ਨਹੀਂ ਮੰਨਣੀਆਂ ਚਾਹੀਦੀਆਂ, ਅੱਖਾਂ ਖੋਲ ਕੇ ਵੇਖੋ ਕਿ ਕੌਣ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਤੇ ਕੀ ਉਹਦੇ ਕੰਮ ਵਿੱਚ ਕੋਈ ਅੜਚਨਾ ਪਾ ਰਿਹਾ, ਜੇ ਪਾ ਰਿਹਾ ਤਾਂ ਕੌਣ ਹੈ। ਤੇ ਜੇ ਇਹ ਬੁਨਿਆਦੀ ਜੋ ਲੋੜਾਂ ਨੇ ਸਾਡੇ ਮਰੀਜ਼ਾਂ ਲਈ, ਉਹਨਾਂ ਦੀ ਥਾਵਾਂ ਤੇ ਜੇ ਅਸੀਂ ਤਿਆਰ ਕਰਕੇ ਦੇ ਰਹੇ ਹਾਂ ਕਿ ਉੱਚੇ ਅਹੁਦਿਆਂ ਤੇ ਬੈਠੇ, ਐਡਮਿਨਿਸਟ੍ਰੇਟਿਵ ਪੋਸਟ ਤੇ ਬੈਠੇ ਡਾਕਟਰਾਂ ਨੂੰ ਕਾਰਾਂ ਵਧੀਆ ਮਿਲ ਰਹੀਆਂ ਨੇ, ਉਹਨਾਂ ਨੂੰ ਅਰਦਲੀ ਵਧੀਆ ਮਿਲ ਰਹੇ ਨੇ ਸਲਾਮਾਂ ਮਾਰਨ ਨੂੰ, ਉਹਨਾਂ ਨੂੰ ਪੀਏ ਵਧੀਆ ਮਿਲ ਰਹੇ ਨੇ, ਟੈਲੀਫੋਨ ਦੀ ਸਹੂਲਤ ਹੈ, ਏਸੀ ਲੱਗੇ ਹੋਏ ਨੇ, ਤਾਂ ਸਰਕਾਰਾਂ ਦੀ ਨਜ਼ਰੀਏ ਕਿਉਂ ਨਹੀਂ ਆਉਂਦੇ? ਕਿਉਂਕਿ ਇਹ ਵਾਰੀਆਂ ਛੱਡ ਕੇ, ਯਾਨੀ ਜੋ ਸੀਨੀਅਰਿਟੀ ਵਾਈਜ਼ ਨਹੀਂ ਦਿੱਤੀਆਂ ਜਾਂਦੀਆਂ, ਚਹੇਤਿਆਂ ਨੂੰ ਉੱਤੇ ਬਿਠਾ ਦਿੱਤਾ ਜਾਂਦਾ ਜੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ। ਤੇ ਫਿਰ ਉਦੋਂ ਮੈਨੂੰ ਇਹ ਦੱਸੋ ਕਿ ਮੇਰੇ ਵਰਗੇ ਹੋਰ ਜਿੰਨੇ ਵੀ ਬੈਠੇ ਆਵਾਜ਼ਾਂ ਕੱਢਦੇ ਕੂਕਦੇ ਕਿ ਭਾਈ ਇੱਥੇ ਪੀਣ ਦਾ ਪਾਣੀ ਨਹੀਂ, ਇੱਥੇ ਇਹਨਾਂ ਦੇ ਬੈਠ ਕੇ ਕੁਛ ਠੰਡੀ ਥਾਂ ਤੇ ਬਹਿਣ ਦਾ ਉਹ ਸਹੂਲਤ ਨਹੀਂ, ਕੋਈ ਖਾਣ ਪੀਣ ਦੀ ਚੱਜ ਦੀ ਥਾਂ ਨਹੀਂ, ਕੋਈ ਗੁਸਲਖਾਨੇ ਨਹੀਂ ਜਿੱਥੇ ਡਾਕਟਰ ਵੀ ਜਾ ਸਕਣ ਸਾਡੇ ਵਿਦਿਆਰਥੀ, ਤਾਂ ਇਹ ਗੱਲਾਂ ਕਿਸ ਦੇ ਕਰਨੀ ਜਾਣੀਆਂ ਨੇ? ਕਿਉਂਕਿ ਉਹ ਅੰਨੇ ਬੋਲੇ ਗੁੰਗੇ ਐਡਮਿਨਿਸਟ੍ਰੇਟਿਵ ਥਾਂ ਤੇ ਜਿੱਥੇ ਬੈਠੇ ਨੇ ਉਹ ਚਹੇਤੇ ਹੁੰਦੇ ਨੇ ਉੱਪਰਲਿਆਂ ਦੇ,
ਉਹਨਾਂ ਤਾਈਂ ਇਹ ਗੱਲ ਪਹੁੰਚਾਉਣੀ ਲਗਭਗ ਨਾਮੁਮਕਿਨ ਹੋ ਜਾਂਦੀ ਹੈ। ਜਿੰਨੀ ਕੁ ਮੈਨੂੰ ਸਮਝ ਆਈ ਹੈ ਇੱਥੇ 32-33 ਸਾਲ ਇਸ ਮਹਿਕਮੇ 'ਚ ਕੰਮ ਕਰਕੇ, ਤੇ ਉਸ ਪੱਧਰ ਤੇ ਜਿੰਨਾ ਕੁ ਅਸੀਂ ਰੌਲਾ ਪਾ ਕੇ ਪਹੁੰਚਾ ਸਕਦੇ ਸਾਂ, ਸਾਨੂੰ ਕੋਈ ਬਿਰਲੀ ਹੀ ਕਦੇ ਸੁਣਿਆ ਵੀ ਇਸ ਥਾਂ ਤੇ ਕੰਮ ਹੋ ਗਿਆ। ਪਰ ਨਾ ਬਹੁਤ ਸੋਹਣੀਆਂ ਬਿਲਡਿੰਗਾਂ ਤਿਆਰ ਹੋ ਜਾਂਦੀਆਂ ਨੇ, ਜਿਨ੍ਹਾਂ ਬਾਰੇ ਹੁਣ ਤਾਂ ਮੀਡੀਆ 'ਚ ਸਾਹਮਣੇ ਆ ਚੁੱਕਾ ਕਿ ਕਿਸ ਤਰੀਕੇ ਦਾ ਉਹਦੇ ਵਿੱਚੋਂ ਖਾਊ ਪੀਊ ਸਿਸਟਮ ਹੁੰਦਾ ਹੈ। ਜੇ ਇਕੱਲੇ ਇੱਕ ਸੈਨੀਟਾਈਜ਼ਰ ਵਿੱਚੋਂ ਇੰਨਾ ਖਾਧਾ ਜਾਂਦਾ, ਤੇ ਜਿੱਥੇ ਇਮਾਰਤ 200 ਕਰੋੜ ਦੀ ਖੜੀ ਹੋਵੇ ਉੱਥੇ ਜ਼ਰਾ ਹਿਸਾਬ ਲਾਓ ਕੀ ਕੁਝ ਖਾਧਾ ਜਾਂਦਾ ਹੋਣਾ। ਤੇ ਕਿਉਂ ਇਹ ਇਮਾਰਤਾਂ ਬਣਦੇ ਸਾਰ ਉਹਨਾਂ ਦੀਆਂ ਭੁਰਨ ਲੱਗ ਜਾਂਦੀਆਂ ਨੇ? ਕਿਉਂ ਅੱਜ ਵੀ ਅਸੀਂ ਆਪਣੇ ਏਡੇ ਵੱਡੇ ਚਿੱਟੇ ਹਾਥੀ ਦੇ ਵਿੱਚ ਜਦੋਂ ਚੜ੍ਹਨਾ ਹੁੰਦਾ ਤਾਂ ਸਾਡੀ ਇੱਕ ਪ੍ਰੈਗਨੈਂਟ ਔਰਤ ਬੇਟੀ, ਉਹ ਵੀ ਕਿਉਂਕਿ ਲਿਫਟ ਅੜ ਜਾਂਦੀ ਹੈ, ਜਿਹਦੇ ਬਾਰੇ ਵਾਰ-ਵਾਰ ਅਸੀਂ ਸ਼ਿਕਾਇਤਾਂ ਕਰ ਰਹੇ ਹਾਂ, ਉਹਦੀ ਲਿਫਟ ਦਾ ਦਰਵਾਜ਼ਾ ਪਾੜ ਕੇ ਉਹਨੂੰ ਕੱਢਿਆ ਜਾਂਦਾ। ਕੋਈ ਇੱਕ ਅੱਧ ਦਿਨ ਨਹੀਂ, ਰੋਜ਼ ਦਾ ਇਹ ਕੰਮ ਹੈ। ਪਰ ਉਹ ਬੋਲੇ ਕੰਨਾਂ ਤੇ ਸੁਣਵਾਈ ਨਹੀਂ ਹੁੰਦੀ। ਜਦੋਂ ਕੋਈ ਮਿਸਹੈਪ ਹੋ ਜਾਏਗਾ, ਉਦੋਂ ਹਰ ਸਿਆਸਤਦਾਨ, ਜਿਵੇਂ ਕਹਿੰਦੇ ਨੇ ਨਾ ਕਿ ਬਰਸਾਤੀ ਡੱਡੂ, ਬਿਲਕੁਲ ਉਂਝ ਹੀ ਨਿਕਲ ਕੇ ਆਪਣੀ ਸੁਰਖੀ ਬਟੋਰਨ ਲਈ ਉਦੋਂ ਤਾਂ ਆਵਾਜ਼ਾਂ ਚੁੱਕ ਦੇਣਗੇ। ਪਰ ਉਸ ਤੋਂ ਪਹਿਲਾਂ ਦੀਆਂ ਕੀਤੀਆਂ ਸ਼ਿਕਾਇਤਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਜਾਂਦਾ। ਸੋ ਮੈਂ ਦੋਨੋਂ ਪਾਸਿਆਂ ਦੀ ਉਹੀ ਗਲਤੀ ਥੋੜੀ ਜਿਹੀ ਮੰਨਦੀ ਹਾਂ ਕਿ ਜੇ ਇਹ ਨੁਕਸ ਸਨ ਤਾਂ ਕਿਉਂ ਨਹੀਂ ਦੇਖੇ ਗਏ, ਤੇ ਜੇ ਦੇਖੇ ਗਏ ਸਨ ਤਾਂ ਸਿੱਧੀ ਇਹ ਮੂੰਹ ਤੇ ਮਾਰਨੀ ਚਾਹੀਦੀ ਸੀ ਰਿਪੋਰਟ, ਆ ਦੇਖੋ ਭੇਜੇ ਹੋਏ ਨੇ, ਇਹ ਕਮੀਆਂ ਬਾਰੇ ਕਿਉਂ ਪੂਰੀਆਂ ਨਹੀਂ ਹੋ ਰਹੀਆਂ। ਸੋ ਜੋ ਵੀ ਇਹ ਚੀਜ਼ਾਂ ਨੇ, ਦੋਨੋਂ ਤਰਫਾਂ ਦੀ ਇਹ ਕੁਝ ਨਾ ਕੁਝ ਕਮੀ ਪੇਸ਼ੀ ਜ਼ਰੂਰ ਲੱਭੀ ਗਈ ਹੈ। ਐਨੀਵੇਜ਼ ਮੇਰਾ ਖਿਆਲ ਹੈ ਹੁਣੀ ਸਮਝ ਆ ਜਾਵੇ ਜੇ ਸਾਰੇ ਅੱਗੋਂ ਹੀ ਜਿਹੜਾ ਅਸੀਂ ਸਾਰਾ ਕੁਝ ਠੀਕ ਕਰ ਸਕੀਏ। ਕਿਉਂਕਿ ਸਾਨੂੰ ਅੱਜ ਵੀ, ਮੈਂ ਆਪਣੀ ਵਾਰਡ ਦੀ ਜੇ ਗੱਲ ਕਰਾਂ, ਅਸੀਂ ਕਹਿੰਦੇ ਹਾਂ ਕਿ ਸਾਨੂੰ ਨਵੇਂ ਮੰਜੇ ਦੇ ਦਿਓ, ਨਵੀਂ ਬਿਲਡਿੰਗ ਦਿੱਤੀ ਗਈ ਹੈ ਤਾਂ ਕਿਹਾ ਜਾਂਦਾ ਨਵੇਂ ਮੰਜੇ ਜ਼ਰੂਰ ਆਏ ਸੀ, ਫੰਡਸ ਵੀ ਆਏ ਸੀ, ਪਰ ਉਹ ਵਰਤੇ ਗਏ ਨੇ ਕਿਸੇ ਹੋਰ ਥਾਈਂ, ਕਿਉਂਕਿ ਉਹ ਆਪਣੇ ਵਾਰਡ ਵਿੱਚ ਲੈ ਜਾਣਗੇ ਐਡਮਿਨਿਸਟ੍ਰੇਟਿਵ ਜੋ ਹੈਡਸ ਨੇ, ਤੇ ਸਾਨੂੰ ਕਿਹਾ ਜਾਂਦਾ ਪੁਰਾਣੇ ਮੰਜੇ ਤੁਸੀਂ ਚੱਕੋ ਤੇ ਉਹਨਾਂ ਨਾਲ ਹੀ ਸਾਰ ਲਓ। ਭਈ ਉਹਨਾਂ ਪੁਰਾਣੇ ਮੰਜਿਆਂ ਤੇ ਅਸੀਂ ਨਹੀਂ ਪੈਣਾ ਹੁੰਦਾ। ਪਰ ਇਹ ਸੁਣਵਾਈ ਕਿਸਨੇ ਕਰਨੀ ਹੈ? ਜਿਨ੍ਹਾਂ ਮਰੀਜ਼ਾਂ ਲਈ ਅਸੀਂ ਉਕਦੇ ਹਾਂ ਕਿ ਉਹਨਾਂ ਨੂੰ ਇੱਥੇ ਬੈਠ ਕੇ ਕੁਝ ਦੇਰ ਠੀਕ ਮਹਿਸੂਸ ਕਰ ਸਕਣ ਜਾਂ ਚੰਗੇ ਮੰਜਿਆਂ ਤੇ ਪੈ ਜਾਣਗੇ, ਤਾਂ ਜਿਹਦੀ ਪਿੱਠ ਵੀ ਦਰਦ ਆ ਉਹ ਆਪੇ ਹੀ ਠੀਕ ਹੋ ਜਾਣੀ ਹੈ। ਪਰ ਜਦੋਂ ਉਹ ਉਸੇ ਤਰ੍ਹਾਂ ਹੀ ਟੁੱਟੇ ਮੰਜਿਆਂ ਨਾਲ ਜਾਂ ਇਸੇ ਤਰ੍ਹਾਂ ਦੇ ਪਾਟੇ ਗੱਦਿਆਂ ਨਾਲ ਹੀ ਜੂਝਦੇ ਰਹਿਣਗੇ, ਤਾਂ ਇਹ ਤਾਂ ਸਿਸਟਮ ਤੁਰਿਆ ਹੀ ਰਹਿਣਾ ਹੈ। ਕਿਉਂਕਿ ਇਹ ਤੁਸੀਂ ਜਾਂ ਮੈਂ ਕਿੰਨੀ ਕੁ ਡੋਨੇਸ਼ਨ ਨਾਲ ਕਿੰਨੀਆਂ ਕੁ ਚੀਜ਼ਾਂ ਚਲਾ ਲਵਾਂਗੇ, ਸਭ ਪਤਾ ਹੀ ਹੈ। ਜੀ 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 ਬਿਲਕੁਲ। ਤੇ ਮੈਮ ਗੱਲ ਉੱਥੇ ਹੀ ਆ ਜਾਂਦੀ ਹੈ, ਜਿਵੇਂ ਤੁਸੀਂ ਆਪਣੀ ਗੱਲ ਕੀਤੀ ਆ, ਤਾਂ ਉਸ ਤਰੀਕੇ ਦੇ ਨਾਲ ਵੀ ਜੇਕਰ ਕੋਈ ਤੁਸੀਂ ਜਿੱਥੇ ਤੁਸੀਂ ਬੈਠੇ ਹੋ ਨਾ, ਜੇ ਉਸ ਕੁਰਸੀ ਦੀ ਗੱਲ ਕੀਤੀ ਜਾਵੇ ਜਾਂ ਸਾਹਮਣੀਆਂ ਜਿੱਥੇ ਬੈਠ ਕੇ ਤੁਸੀਂ ਮਰੀਜ਼ਾਂ ਨੂੰ ਦੇਖਦੇ ਹੋ ਉਹਨਾਂ ਕੁਰਸੀਆਂ ਦੀ ਗੱਲ ਕੀਤੀ ਜਾਵੇ, ਜੇ ਉਹੀ ਕੁਰਸੀਆਂ ਟੁੱਟੀਆਂ ਹੋਈਆਂ ਹੋਣਗੀਆਂ ਤਾਂ ਤੁਸੀਂ ਵੀ ਆਪਣੇ ਪੱਲੇ ਤੋਂ ਉਹਨਾਂ ਕੁਰਸੀਆਂ ਨੂੰ ਨਹੀਂ ਲੈ ਕੇ ਆਓਗੇ ਨਾ। ਸਰਕਾਰਾਂ ਦਾ ਵੀ ਕੰਮ ਬਣਦਾ ਕਿ ਉਸ ਤਰੀਕੇ ਨਾਲ ਫੰਡ ਮੁਹੱਈਆ ਕਰਾਉਣ, ਕਿਉਂਕਿ ਆਪਾਂ ਬਹੁਤ ਸਾਰੇ ਐਸੇ ਪ੍ਰੋਗਰਾਮ ਕੀਤੇ ਨੇ ਜਿਸ ਦੇ ਵਿੱਚ ਤੁਸੀਂ ਅਕਸਰ ਕਹਿੰਦੇ ਹੋ ਵੀ ਲੋੜ ਹੈ ਇਹਨਾਂ ਦੇ ਵੱਲ ਵੇਖਣ ਦੀ, ਲੋੜ ਹੈ ਕਿਵੇਂ ਕਿਵੇਂ ਹਸਪਤਾਲਾਂ ਦੇ ਵਿੱਚ ਬਿਲਡਿੰਗਸ ਖੜੀਆਂ ਕੀਤੀਆਂ ਜਾਂਦੀਆਂ ਨੇ, ਪੈਸਾ ਜ਼ਰੂਰ ਭੇਜ ਦਿੱਤਾ ਜਾਂਦਾ, ਪਰ ਉਹਨਾਂ ਅਧਿਕਾਰੀਆਂ ਤੋਂ ਪੁੱਛਿਆ ਜਾਵੇ ਵੀ ਉਹ ਪੈਸਾ ਲਾ ਕਿੱਥੇ ਦਿੰਦੇ ਨੇ, ਤਾਂ ਕੀ ਉਸ ਦੇ ਲਈ ਇੱਕ ਵੀਸੀ ਨੂੰ ਜਵਾਬਦੇਹ ਠਹਿਰਾਉਣਾ ਸਹੀ ਹੈ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੇਰੇ ਵਾਰਡ ਵਿੱਚ ਮੈਂ ਸੱਦਾ ਦਿਆਂਗੀ, ਆਓ, ਜਾਂ ਮੈਂ ਜਿੱਥੇ ਬੈਠ ਕੇ ਅਸੀਂ ਆਊਟਡੋਰ 'ਚ ਮਰੀਜ਼ ਦੇਖਣੇ ਹੁੰਦੇ ਨੇ, ਉਹ ਸੀਲਡ ਕਮਰਾ ਕਰ ਦਿੱਤਾ ਗਿਆ, ਕਿਉਂਕਿ ਉਹ ਬਿਲਡਿੰਗ MCH ਦੀ ਇਸੇ ਤਰ੍ਹਾਂ ਦੀ ਬਣਾਈ ਗਈ ਹੈ ਕਿ ਪੂਰੀ ਤਰ੍ਹਾਂ ਸੀਲਡ ਹੈ। ਇੰਟਰਨਲੀ ਉਹਨੂੰ ਬਣਾਇਆ ਹੀ ਇਸ ਤਰੀਕੇ ਦਾ ਸੀ ਕਿ ਏਸੀ ਹੋਏਗੀ, ਤੇ ਕਿਉਂਕਿ ਸੈਂਟਰ ਤੋਂ ਫੰਡ ਆਏ ਹੋਏ ਸਨ। ਪਰ ਜਿਸ ਤਰੀਕੇ ਦੀ ਉਹਦੀ ਫਾਇਰ ਸੇਫਟੀ ਅਜੇ ਤੱਕ ਨਹੀਂ, ਅਨੇਕ ਚਿੱਠੀਆਂ ਲਿਖ ਚੁੱਕੇ ਹਾਂ, ਤੇ ਫਿਰ ਕਦੇ ਆ ਕੇ ਦੇਖਿਓ ਬੰਦ ਸੀਲ ਬੰਦ ਕਮਰੇ 'ਚ ਇੱਕ ਡੱਬਾ ਏਸੀ ਖੜਾ ਕਰ ਦਿੱਤਾ ਗਿਆ ਜੋ ਕਿ ਚੱਲਦਾ ਨਹੀਂ। ਸ਼ਿਕਾਇਤਾਂ ਲਿਖ ਰਹੇ ਹਾਂ ਵਾਰ-ਵਾਰ, ਪਰ ਕੋਈ ਸੁਣਵਾਈ ਨਹੀਂ। ਪੱਖੇ ਬੰਦ ਨੇ, ਕਦੇ ਚੱਲ ਪੈਂਦੇ ਨੇ ਕਦੇ ਨਹੀਂ। ਬੈਠਣ ਨੂੰ ਸਟੂਲ ਮੰਗ ਕੇ ਲਿਆਈਦਾ ਕਿਸੇ ਥਾਂ ਤੋਂ, ਦੇ ਦਿਓ ਜੀ ਅੱਜ ਇੱਕ ਦਾ ਦਿਨ ਮਰੀਜ਼ ਕਿਤੇ ਬੈਠ ਕੇ ਦਿਖਾ ਸਕਣ। ਸੋ ਜੇ ਕੁਰਸੀਆਂ ਨੇ ਤਾਂ ਉਹ ਕਦੇ ਨਾ ਕਦੇ ਜਿਹੜੀਆਂ ਚੁੱਕੀਆਂ ਜਾਂਦੀਆਂ, ਜੀ ਅੱਜ ਫਲਾਣੇ ਜਣੇ ਨੇ ਚੈਕਿੰਗ ਤੇ ਆਣਾ, ਇਹੀ ਕੁਰਸੀਆਂ ਦੂਜੇ ਪਾਸੇ ਰੱਖਣੀਆਂ। ਤੁਸੀਂ ਸਮਝ ਹੀ ਸਕਦੇ ਹੋ ਕਿ ਮੈਂ ਤਾਂ ਹੁਣ ਹੋਰ ਅੰਦਰਲੀਆਂ ਗੱਲਾਂ ਨਾ ਹੀ ਖੁਲਵਾਓ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਭ ਦੇ ਸਾਹਮਣੇ ਨੇ ਜੋ ਦਿਖਾਉਣ ਆਉਂਦੇ ਨੇ। ਸਾਡੇ ਪੱਤਰਕਾਰ ਵੀਰ ਭੈਣਾਂ ਵੀ ਜੋ ਪਹੁੰਚਦੇ ਨੇ, ਉਹ ਕਹਿੰਦੇ ਨੇ ਕਿਸ ਹਾਲ ਵਿੱਚ ਬੈਠੇ, ਉਹਨਾਂ ਨੂੰ ਕਹੀਦਾ ਜੀ ਹੁਣ ਇਹ ਹਾਲ ਅਸੀਂ ਤੇ ਆਪ ਬਹੁਤ ਜ਼ਿਆਦਾ ਬੋਲ ਚੁੱਕੇ ਹਾਂ, ਤੁਸੀਂ ਵੀ ਜੇ ਆਵਾਜ਼ ਸਾਡੇ ਲਈ ਚੱਕਦੇ ਹੋ ਕਿ ਭਾਈ ਅਸੀਂ ਵੀ ਇਨਸਾਨ ਆ, ਇਨਸਾਨ ਹੋਣ ਦਾ ਤਾਂ ਰੁਤਬਾ ਦੇ ਦਿਓ ਵੀ ਇੱਥੇ ਬੈਠੇ ਬੰਦ ਪਸੀਨਾ ਪੁੰਝਦੇ ਤੇ ਉੱਤੋਂ ਭੀੜ ਜੋ ਜਿਹੜੀ ਸਾਰੀ ਮਰੀਜ਼ਾਂ ਦੀ ਹੁੰਦੀ ਹੈ,
ਸਮਝ ਹੀ ਸਕਦੇ ਹਾਂ ਕਿ ਉਹ ਕਿਵੇਂ ਖਿੱਝ ਕੇ ਸਾਨੂੰ ਪੈਂਦੇ ਨੇ, ਤੇ ਕਦੇ ਨਾ ਕਦੇ ਸਾਡੇ ਵੀ ਸਬਰ ਦਾ ਬੰਨ ਟੁੱਟ ਜਾਂਦਾ ਹੈ। ਹੂੰ ਅਸੀਂ ਵੀ ਕਦੇ ਬੋਲ ਹੀ ਪਈਦਾ ਹੈ ਵੀ ਹੁਣ ਬੱਸ ਸਾਡੀ ਵੀ ਬੱਸ ਹੋਈ ਵੀ ਹੈ, ਤੁਸੀਂ ਜੇ 50 ਬੰਦੇ ਸਿਰ ਤੇ ਖੜੇ ਹੋਵੋਗੇ ਤਾਂ ਕਿਸ ਤਰੀਕੇ ਕੰਮ ਦੇਖਿਆ ਜਾਏਗਾ। ਤਾਂ ਉਦੋਂ ਇਹ ਨਿੱਕੀ ਦੀ ਸ਼ਿਕਾਇਤ ਤਾਂ ਤੁਰ ਜਾਂਦੀ ਹੈ ਕਿ ਡਾਕਟਰ ਕੌਣ ਖਿੱਚੇ ਤੇ ਕਿਉਂ ਬੋਲਿਆ। ਪਰ ਅਖੀਰ ਮੈਂ ਤਾਂ ਉਹੀ ਕਹਿ ਰਹੀ ਹਾਂ ਕਿ ਉਹ ਸਹੂਲਤਾਂ ਤਾਂ ਦੇਖੋ ਕਿ ਕੀ ਉਹ ਕੰਮ ਕਰਨ ਜੋਗੀਆਂ ਸਹੂਲਤਾਂ ਨੇ। ਸੱਚ ਪੁੱਛੋ, ਸਾਡੇ ਕੋਲ ਉੱਥੇ ਗੁਸਲਖਾਨਾ ਜਾਣ ਲਈ ਨਹੀਂ, ਇੱਕ ਨਾਲ ਦੀ ਬਿਲਡਿੰਗ ਵਿੱਚ ਜਾਣਾ ਪੈਂਦਾ ਹੈ ਜੇ ਹੂੰ ਉੱਠ ਕੇ ਜਾਣਾ ਪਵੇ ਉੱਥੇ। ਇਹ ਹਾਲ ਦੇ ਵਿੱਚ ਇੱਕ ਪ੍ਰੋਫੈਸਰ ਲੈਵਲ ਦਾ ਬੰਦਾ ਜੇ ਕੰਮ ਕਰ ਰਿਹਾ ਹੋਵੇ ਤਾਂ ਮੈਨੂੰ ਦੱਸੋ, ਮਰੀਜ਼ ਵੀ ਜਿਹੜੇ ਆ ਰਹੇ ਨੇ ਕਿਉਂ ਆਉਣਗੇ ਕੋਈ ਵੀ ਚੰਗੇ ਘਰੋਂ? ਉਹ ਸਾਰੇ ਵਿਚਾਰੇ ਉਹੀ ਪਹੁੰਚਦੇ ਨੇ ਜਿਨ੍ਹਾਂ ਦੀ ਹੋਰ ਕਿਤੇ ਬਾਤ ਚੱਲਦੀ ਨਹੀਂ। ਤੇ ਉਹ ਗਰੀਬ ਨਾਲ ਜੋ ਅਸੀਂ ਸਮਝ ਹੀ ਰਹੇ ਉਹਨਾਂ ਨੂੰ ਤਾਂ ਪਹਿਲਾਂ ਹੀ ਇਨਸਾਨ ਨਹੀਂ ਗਿਣਦੇ। ਤੇ ਇਸ ਹਾਲ 'ਚ ਕਿਵੇਂ ਅਸੀਂ ਸੋਚਦੇ ਹਾਂ ਜਿੱਥੇ ਅਸੀਂ ਪੈਰਾਸੀਟਾਮੋਲ ਦੀ ਗੋਲੀ ਵੀ ਨਹੀਂ ਉਹਨਾਂ ਨੂੰ ਮੁਫਤ ਦੇ ਸਕਦੇ, ਤਾਂ ਉਹ ਕੀ ਲੈਣ ਆਉਣ? ਯਾਨੀ ਅਸੀਂ ਸਿਰਫ ਉਹਨਾਂ ਤੋਂ ਜੋ ਸਰਕਾਰੀ ਟੈਸਟ ਹੁੰਦੇ ਨੇ, ਉਹ ਵੀ ਤੁਹਾਨੂੰ ਪਤਾ ਜੇ ਖਬਰਾਂ ਛਪ ਚੁੱਕੀਆਂ ਕਿ ਸੇਮ ਡੇ ਰਿਪੋਰਟਾਂ ਨਹੀਂ ਮਿਲਦੀਆਂ। ਯਾਨੀ ਕੋਈ ਕਿਰਾਇਆ ਫੂਕ ਕੇ ਆਏਗਾ ਜੇ ਬਠਿੰਡੇ ਤੋਂ, ਖੂਨ ਦੇ ਜਾਏਗਾ, ਪਹਿਲਾਂ ਲਾਈਨ 'ਚ ਲੱਗੇਗਾ ਪੈਸੇ ਭਰਾਉਣ ਲਈ, ਉਹ ਵੀ ਆਨਲਾਈਨ ਸਿਸਟਮ ਸਾਡੇ ਨਹੀਂ ਹੈ। ਸੋ ਉਹ ਵਿਚਾਰਾ 2 ਘੰਟੇ ਖਰਾਬ ਕਰਕੇ ਫਿਰ ਪਹੁੰਚਦਾ ਜੇ ਕਿ ਅੱਛਾ ਜੀ ਹੁਣ ਟੈਸਟ, ਉਹ ਕਹਿੰਦੇ ਜੀ 4 ਦਿਨ ਬਾਅਦ ਲੈ ਜਾਓ ਰਿਪੋਰਟ, ਜਾਂ ਡੇਟ ਹੀ ਜੇ 1.5 ਮਹੀਨੇ ਬਾਅਦ ਦੀ ਮਿਲਦੀ ਆ ਉਦੋਂ ਕਰਾਵਾਂਗੇ। ਮੈਨੂੰ ਦੱਸੋ ਕੋਈ ਢਿੱਡ ਪੀੜ ਨੂੰ 1.5 ਮਹੀਨੇ ਤੱਕ ਲੈ ਕੇ ਕੀ ਬੈਠਾ ਰਹੇ? ਇਹ ਹੂੰ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਕਿ ਕਿਉਂ ਲੋਕ ਪ੍ਰਾਈਵੇਟ ਵੱਲ ਭੱਜਦੇ ਨੇ, ਕਿਉਂ ਡਾਕਟਰ ਏਡੀ ਵੱਡੀ ਗਿਣਤੀ, ਤੁਸੀਂ ਸਮਝ ਸਕਦੇ ਹੋ 350 ਦੇ ਕਰੀਬ ਨੇ ਸਿਰਫ ਡਾਕਟਰ ਇੱਥੇ। ਹੂੰ ਜੋ ਅਸੀਂ ਸਪੈਸ਼ਲਿਸਟ ਦੀ ਗੱਲ ਕਰ ਰਹੇ ਹਾਂ, ਉਹ ਵੀ ਨੇ ਜਿਨ੍ਹਾਂ ਨੇ ਮਰੀਜ਼ ਨਹੀਂ ਦੇਖਣੇ, ਐਨਾਟਮੀ ਨੇ, ਜਿਨ੍ਹਾਂ ਨੇ ਮੁਰਦੇ ਕੱਟਣੇ ਨੇ, ਜਾਂ ਫੋਰੈਂਸਿਕ ਦੇ ਨੇ, ਜਾਂ ਫਿਜ਼ੀਓਲੋਜੀ ਦੇ ਨੇ, ਜਿਨ੍ਹਾਂ ਨੇ ਪੜ੍ਹਾਣੇ ਨੇ ਵਿਦਿਆਰਥੀ। ਇਹ ਸਾਰਿਆਂ ਦੇ ਵਿੱਚ ਕਿਉਂ ਆਖਰ ਜਿੰਨੇ ਕਲੀਨਿਕਲ ਸਾਈਡ ਤੇ ਨੇ ਜਾਂ ਸੁਪਰ ਸਪੈਸ਼ਲਿਸਟ ਨੇ, ਕਿ ਦਿਸਦਾ ਨਹੀਂ ਉਹ ਕਿਉਂ ਜੁਆਇਨ ਨਹੀਂ ਕਰ ਰਹੇ? ਕਿਉਂ ਖਾਲੀ ਸੀਟਾਂ ਰਹਿ ਰਹੀਆਂ? ਵਾਕ-ਇਨ ਇੰਟਰਵਿਊਜ਼ ਰੱਖਣ ਦੇ ਬਾਅਦ ਵੀ ਉਹ ਨਹੀਂ ਆ ਰਹੇ। ਹੂੰ ਜੁਆਇਨ ਕਰਦੇ ਨੇ, ਛੱਡ ਜਾਂਦੇ ਨੇ। ਆਖਰ ਕੋਈ ਤਾਂ ਦਿੱਕਤ ਹੋਏਗੀ, ਕਿਉਂ ਇਸ ਪੱਖ ਵੱਲ ਨਹੀਂ ਦੇਖਿਆ ਜਾਂਦਾ? ਕਿਉਂ ਇਹ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਕਿ ਜੋ 100 ਦੇ ਵਿੱਚ ਨੇ, ਜੋ ਖਬਰ ਵੀ ਅੱਜ ਦੀ ਛਪੀ ਹੈ ਕਿ ਉਹ ਡਾਕਟਰਾਂ ਦੀ ਕਮੀ ਜੇ ਇਕੱਲੇ ਇੱਥੇ ਹੀ ਰਜਿੰਦਰਾ ਦੇ ਵਿੱਚ। ਤੁਸੀਂ ਸਮਝ ਲਓ ਕਿ ਜਿੱਥੇ 4 ਯੂਨਿਟ ਦੇ ਵਿੱਚ 2 ਹੀ ਯੂਨਿਟ ਪੂਰੇ ਕੰਮ ਕਰ ਰਹੇ ਹੋਣ, ਬਾਕੀ 2 ਯੂਨਿਟ ਜੂਨੀਅਰ ਡਾਕਟਰਾਂ ਦੇ ਹਵਾਲੇ ਕਰ ਦਿੱਤੇ ਗਏ ਹੋਣ, ਇਹ ਡਾਕਟਰ ਹੀ ਨਹੀਂ, ਤਾਂ ਮਤਲਬ ਹੈ ਕੋਈ ਡਾਕਟਰ ਕੰਮ ਵੀ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਤੁਸੀਂ ਉਹ ਚੀਜ਼ਾਂ ਮੁਹੱਈਆ ਕਰਵਾ ਹੀ ਨਹੀਂ ਰਹੇ। ਮਿਸਾਲ ਵਜੋਂ ਮੈਂ ਨਿੱਕੀ ਜਿਹੀ ਗੱਲ ਕਰਦੀ ਹਾਂ ਕਿ ਜੋ ਚੀਜ਼ਾਂ ਪੀਜੀਆਈ ਵਿੱਚ ਡਾਇਗਨੋਸ ਹੋ ਸਕਦੀਆਂ, ਸਾਡੇ ਹੀ ਬੱਚੇ ਇੱਥੋਂ ਪੜ੍ਹ ਕੇ ਗਏ ਨੇ ਉਹਨਾਂ ਥਾਵਾਂ ਤੇ, ਜੀ ਅਸੀਂ ਹੀ ਪੜ੍ਹਾ ਕੇ ਭੇਜੇ ਨੇ। ਉੱਥੇ ਐਮਬੀਬੀਐਸ ਨਹੀਂ ਹੈ, ਤੇ ਜੇ ਸਾਡੇ ਪੜ੍ਹੇ ਬੱਚੇ ਉੱਥੇ ਸ਼ਾਈਨ ਕਰ ਸਕਦੇ ਨੇ, ਜਾਂ ਸਾਡੇ ਪੜ੍ਹੇ ਬੱਚੇ ਜੇ ਇੰਗਲੈਂਡ ਦਾ ਟੈਸਟ ਪਾਸ ਕਰ ਸਕਦੇ ਨੇ, ਅਮਰੀਕਾ ਦਾ ਟੈਸਟ ਪਾਸ ਕਰ ਸਕਦੇ ਨੇ, ਕੈਨੇਡਾ ਦਾ ਕਰ ਸਕਦੇ ਨੇ, ਪੜ੍ਹੇ ਤੇ ਸਾਡੇ ਕੋਲੋਂ ਹੀ ਨੇ। ਯਾਨੀ ਅਸੀਂ ਇੰਨੇ ਕੁ ਵੀ ਮਾੜੇ ਨਹੀਂ ਕਿ ਉਹਨਾਂ ਨੂੰ ਤਿਆਰ ਨਹੀਂ ਕਰ ਸਕਦੇ, ਪਰ ਉਹੀ ਡਾਇਗਨੋਸ ਕਰਨਾ ਜਦੋਂ ਮਰੀਜ਼ ਨੂੰ, ਸਾਨੂੰ ਜਵਾਬ ਦੇ ਦਿੱਤਾ ਜਾਂਦਾ ਟੈਸਟ ਅੰਦਰ ਨਹੀਂ ਹਨ। ਉਹੀ ਟੈਸਟ ਜੇ ਬੰਦੇ ਨੂੰ ਬਾਹਰੋਂ ਕਰਾਉਣ ਨੂੰ ਕਿਹਾ ਜਾਏ ਕਿ ਤੇਰਾ ਡਾਇਗਨੋਸਿਸ ਲੱਭਣਾ ਹੈ, ਤਾਂ 2400 ਤੋਂ 4800 ਤੱਕ ਪਹੁੰਚਦੇ ਨੇ ਕਈ ਟੈਸਟ। ਕਿਵੇਂ ਜੀ ਕਰਾਏ ਕੋਈ ਆਮ ਬੰਦਾ, ਕੋਈ ਰਿਕਸ਼ੇ ਵਾਲਾ, ਜਾਂ ਤੁਸੀਂ ਜਾਂ ਮੈਂ, ਕੋਈ ਸਰਕਾਰੀ ਨੌਕਰ ਵੀ ਆਮ ਕਿੱਥੋਂ ਇੰਨਾ ਜ਼ਿਆਦਾ ਖਰਚਾ ਕਰੇਗਾ? ਜੀ ਅਗਲਾ ਭੱਜਦਾ ਵੀ ਅਸੀਂ ਪੀਜੀਆਈ ਵੱਲ ਜਾਂਦੇ ਹਾਂ, ਉੱਥੇ ਹੀ ਟੈਸਟ ਕਰਵਾ ਕੇ ਦੇਖ ਆਉਂਦੇ ਹਾਂ। ਹੂੰ ਪਰ ਜ਼ਾਹਰ ਹੈ ਇਹ ਚੀਜ਼ਾਂ ਜੋ ਹੌਲੀ ਹੌਲੀ ਉੱਥੇ ਸਟ੍ਰੈਸ ਪੈ ਰਿਹਾ ਜੇ ਪੀਜੀਆਈ ਤੇ, ਉਹ ਵੀ ਚੀਕਾਂ ਕੂਕਾਂ ਮਾਰਦੇ ਲਿਖਣ ਲੱਗ ਗਏ ਨੇ ਚਿੱਠੀਆਂ ਕਿ ਬਸ ਕਰੋ, ਸਾਡੇ ਤੋਂ ਇੰਨਾ ਨਹੀਂ ਹੁਣ ਦੇਖਿਆ ਜਾਂਦਾ। ਉੱਥੇ ਵੀ ਜਾ ਕੇ ਕੋਰੀਡੋਰਸ ਦੇ ਵਿੱਚ ਅਖੀਰ ਮਰੀਜ਼ਾਂ ਨੂੰ ਪੈਣਾ ਪੈਂਦਾ ਕਿਉਂਕਿ ਇੰਨੀ ਵੱਡੀ ਇਨਪੁਟ ਲਈ ਉਹ ਥਾਂ ਨਹੀਂ ਹੈ। ਤਾਂ ਹੂੰ ਫਿਰ ਇੱਕ ਵੱਡਾ ਸਵਾਲ ਜੇ, ਕੁਐਸਚਨ ਮਾਰਕ, ਕਿ ਕੀ ਹੋਰ ਮੈਡੀਕਲ ਕਾਲਜ ਖੋਲ੍ਹਣੇ ਚਾਹੀਦੇ ਨੇ? ਹੂੰ ਜੇ ਅਸੀਂ ਇੱਕ ਚੱਲਦੇ ਮੈਡੀਕਲ ਕਾਲਜ ਜੋ ਪਹਿਲੇ ਸਨ ਬੰਦ ਹੋ ਗਏ ਸਿਰਫ ਇਸ ਕਾਰਨ ਕਿ ਉੱਥੇ ਡਾਕਟਰ ਨਹੀਂ, ਸਟਾਫ ਨਹੀਂ, ਸਾਡੇ ਬੰਦ ਹੋ ਚੁੱਕੇ ਨੇ, ਹੁਣ ਵੀ ਜੀ ਚੱਲਦੇ ਜੋ ਇਸ ਵੇਲੇ, ਅੱਗੇ ਹੋਰ ਜੇ 16 ਖੋਲ੍ਹਣੇ ਨੇ, ਤਾਂ ਕੋਝਾ ਮਜ਼ਾਕ ਨਹੀਂ ਲੱਗਦਾ ਕਿ ਡਾਕਟਰ ਤਾਂ ਤੁਸੀਂ ਜਿਹੜੇ ਹੁਣ 2 ਚੱਲਦੇ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਵਾਲੇ, ਇਹਨਾਂ 'ਚ ਹੀ ਪੂਰੇ ਨਹੀਂ। ਫਰੀਦਕੋਟ ਦੇ ਡਾਕਟਰ ਛੱਡ ਕੇ ਨਿਕਲਦੇ ਪਏ ਨੇ। ਇਹਨਾਂ ਨੂੰ ਰੈਗੂਲਰ ਪ੍ਰਮੋਸ਼ਨਾਂ ਨਹੀਂ ਦਿੱਤੀਆਂ ਜਾਂਦੀਆਂ। 18 ਸਾਲ ਪ੍ਰਮੋਸ਼ਨ ਨੂੰ ਉਡੀਕਦੇ ਉਹ ਚਲੇ ਜਾਂਦੇ ਨੇ ਕਿਉਂਕਿ ਸੁਨੇਹਾ ਆਉਂਦਾ ਸਕੱਤਰ ਸਾਹਿਬ ਅੱਜ ਬਿਜ਼ੀ ਨੇ, ਅੱਜ ਉਹ ਆਪਣੇ ਕੰਮ ਤੇ ਗਏ ਨੇ, ਅੱਜ ਉਹ ਟ੍ਰੇਨਿੰਗ ਤੇ ਗਏ ਨੇ। ਇਸ ਹਾਲ ਤੇ ਲਿਆ ਕੇ ਇੱਕ ਯਾਨੀ ਰੱਖ ਦਿੱਤਾ ਜਾਂਦਾ ਹੈ ਇੱਕ ਇਸ ਤਰੀਕੇ ਦੇ ਡਾਕਟਰ ਨੂੰ ਜਿਹੜਾ ਪ੍ਰਮੋਸ਼ਨ ਉਡੀਕਦਾ ਕਿ ਮੈਂ ਪੜ੍ਹਾਉਣਾ ਚਾਹੁੰਦਾ,
ਮੈਂ ਇੱਥੇ ਆ ਕੇ ਕੰਮ ਕਰਨਾ ਚਾਹੁੰਦਾ, ਮਜਬੂਰੀ ਵਾਸੀਆ ਖਿੱਚ ਕੇ ਛੱਡ ਕੇ ਬਾਹਰ ਚਲਾ ਜਾਂਦਾ ਹੈ ਕਿ ਚਲੋ ਜੀ ਮੈਂ ਹੋਰ ਥਾਈਂ ਜਾਣਾ। ਇਹ ਜਿਹੜੀ ਬ੍ਰੇਨ ਡਰੇਨ ਹੁੰਦੀ ਜੇ ਨਾ, ਬਹੁਤ ਮਾੜੀ ਹੁੰਦੀ ਜੇ। ਅੱਜ ਦੇ ਦਿਨ ਨਹੀਂ ਦਿਸ ਰਹੀ, ਪਰ ਅਗਲੇ 5 ਸਾਲਾਂ ਬਾਅਦ ਤੁਹਾਨੂੰ ਦਿਸੇਗਾ, ਜਦੋਂ ਇੱਥੇ ਦੇ ਨੀਅਰ ਰਿਟਾਇਰਿੰਗ ਜਿਹੜੇ ਪ੍ਰੋਫੈਸਰ ਸੀਨੀਅਰ ਸਾਰੇ ਦੇ ਸਾਰੇ ਨਿਕਲ ਚੁੱਕੇ ਹੋਣਗੇ, ਜੀ ਤਾਂ ਜੋ ਅੱਜ 350 ਚੋਂ 100 ਡਾਕਟਰਾਂ ਦੀ ਕਮੀ ਇਸੇ ਹਸਪਤਾਲ 'ਚ ਖਲਦੀ ਹੈ। ਮੈਨੂੰ ਦੱਸੋ 16 ਹੋਰ ਮੈਡੀਕਲ ਕਾਲਜ ਖੋਲ ਕੇ ਕਿੱਥੋਂ ਲਿਆਣੇ? ਸਾਡੇ ਪੜ੍ਹੇ ਬੱਚੇ ਅੱਜ ਚੰਡੀਗੜ੍ਹ ਬੈਠੇ ਬਹੁਤ ਖੁਸ਼ ਨੇ, ਹੂੰ ਹਰਿਆਣੇ 'ਚ ਕੰਮ ਕਰ ਰਹੇ ਨੇ, ਉਹ ਗਏ ਹੋਏ ਨੇ ਦਿੱਲੀ, ਭਰਿਆ ਪਿਆ ਸਾਡੇ ਡਾਕਟਰਾਂ ਦਾ, ਸੇਵਾ ਉੱਥੇ ਜਾ ਕੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਮਿਲਦੀਆਂ ਪਈਆਂ ਫੈਸਿਲਿਟੀਜ਼। ਇਹ ਘੱਟੋ ਘੱਟ ਸਾਨੂੰ ਬਹਿਣ ਦਾ ਕਮਰਾ ਤਾਂ ਹੈ, ਇੱਕ ਏਸੀ ਕਮਰੇ 'ਚ ਬੈਠੇ ਆ, ਤੇ ਜਿਹੜਾ ਦਿਖਾਣ ਆ ਰਿਹਾ ਉਹ ਵੀ ਗਰੀਬ ਏਸੀ ਕਮਰੇ 'ਚ ਬਹਿ ਕੇ ਦਿਖਾ ਸਕਦਾ, ਬਿਮਾਰੀ ਘਟੇਗੀ ਕੁਛ, ਤੇ ਨਾਲ ਟੈਸਟ ਵੀ ਉੱਥੇ ਹੀ ਨਾਲੋਂ ਨਾਲ ਹੋ ਜਾਣੇ ਨੇ, ਉਸੇ ਦਿਨ ਰਿਪੋਰਟਾਂ ਮਿਲ ਜਾਣੀਆਂ ਤੇ ਉਸੇ ਦਿਨ ਮੇਰਾ ਇਲਾਜ ਸ਼ੁਰੂ ਹੋ ਜਾਣਾ, ਜਿਹਦੇ ਲਈ ਮੁਫਤ ਦਵਾਈਆਂ ਅੰਦਰੋਂ ਮਿਲ ਜਾਣਗੀਆਂ। ਜੀ ਹਰਿਆਣੇ ਵਿੱਚ 400-500 ਰੁਪਏ ਦੇ ਟੀਕੇ ਫ੍ਰੀ ਨੇ। ਹੂੰ ਪਰ ਮੈਨੂੰ ਦੱਸੋ ਨਵਦੀਪ ਜੀ, ਤੁਹਾਨੂੰ ਤੇ ਮੈਨੂੰ ਆਉਣ ਨੂੰ ਅਸੀਂ ਕਹੀਏ ਅੱਛਾ 6 ਵੱਜੀ ਹੈ ਆਇਆ, ਜਾਂ ਫਿਰ ਪਹਿਲਾਂ ਤਾਂ ਇਹ ਟੀਕਾ ਲੈ ਕੇ ਆ ਪੈਰਾਸੀਟਾਮੋਲ ਦਾ, ਤੈਨੂੰ ਲਾਣਾ ਹੀ ਹੈ ਨਹੀਂ ਸਾਡੇ ਕੋਲ। ਫਿਰ ਆ ਫਲਾਣੀ ਸਾਡੀ ਜਿਹੜੀ ਐਂਟੀਬਾਇਓਟਿਕ ਅਗਲੇ ਲੱਗਣੀ ਆ, ਉਹ ਵੀ ਸਾਡੇ ਕੋਲ ਹੈ ਨਹੀਂ। ਆ ਖਾਸ ਕਿਸਮ ਦੇ ਜਿਹੜੇ ਅਸੀਂ ਤੈਨੂੰ ਟਾਂਕੇ ਲਾਣੇ, ਇਹ ਵੀ ਅੰਦਰ ਹੈ ਨਹੀਂ। ਆ ਸਰਿੰਜਾਂ ਨੀਡਲਾਂ ਹੈ ਹੀ ਨਹੀਂ ਸਾਡੇ ਕੋਲ। ਇਸ ਪਿੱਟਦੇ ਨੂੰ ਆਪਾਂ ਨੂੰ 2 ਸਾਲ ਹੋ ਗਏ, ਆਪਾਂ ਇਸੇ ਪ੍ਰੋਗਰਾਮ 'ਚ ਪਹਿਲਾਂ ਵੀ ਗੱਲ ਕੀਤੀ ਕਿ ਸਰਿੰਜਾਂ ਨੀਡਲਾਂ ਹੀ ਨਹੀਂ ਹੈ ਡਿਸਪੋਜ਼ੇਬਲ। ਆਖਰ ਉਹ 2 ਰੁਪਏ ਦੀ ਚੀਜ਼ ਤੋਂ ਲੈ ਕੇ ਤੇ ਫਿਰ ਇਹ ਸਾਰੀ 800 ਰੁਪਏ ਦੀ ਚੀਜ਼ ਤੱਕ, ਤੇ ਫਿਰ ਸਾਰੇ ਹੀ ਟੈਸਟ ਬਾਹਰੋਂ ਕਰਾਉਣ ਲਈ, ਫਿਰ ਮਸ਼ੀਨਾਂ ਸਾਡੀਆਂ, ਐਕਸਰੇ ਮਸ਼ੀਨ ਅੱਜ ਖਰਾਬ ਹੋ ਗਈ ਜੀ, ਅੱਜ ਸੀਟੀ ਮਸ਼ੀਨ ਖਰਾਬ ਹੋ ਗਈ ਜੀ। ਯਾਨੀ ਅਸੀਂ ਤਾਂ ਇਸੇ ਹੀ ਝਗੜੇ ਵਿੱਚ ਰੁਲ ਜਾਂਦੇ ਹਾਂ ਕਿ ਮਰੀਜ਼ ਤਾਂ ਆ ਗਿਆ, ਪਰ ਉਹ ਕੀ ਲੈਣ ਆਇਆ ਤੇ ਅਸੀਂ ਕੀ ਦੇ ਸਕਦੇ ਹਾਂ ਸਿਵਾਏ ਇੱਕ ਹੌਸਲੇ ਦੇ, ਭਈ ਤੂੰ ਠੀਕ ਹੋ ਜਾਏਗਾ, ਕੋਈ ਗੱਲ ਨਹੀਂ, ਪਰਵਾਹ ਨਾ ਕਰ। ਪਰ ਨਾ ਤਾਂ ਤੇਰਾ ਅਸੀਂ ਟੈਸਟ ਠੀਕ ਕਰਾ ਸਕਦੇ ਹਾਂ ਵੇਲੇ ਸਿਰ, ਨਾ ਤੇਰੀ ਬਿਮਾਰੀ ਲੱਭ ਸਕਦੇ ਹਾਂ, ਨਾ ਤੇਰੇ ਲਈ ਇਲਾਜ ਲਈ ਮੁਫਤ ਕੁਝ ਦੇ ਸਕਦੇ ਹਾਂ। ਭਰਾਵਾ ਇਹ ਮੰਜਾ ਤੈਨੂੰ ਮਿਲ ਗਿਆ ਜਿਹਦੇ ਲਈ ਤੂੰ ਉਹਦੇ ਲਈ ਵੀ ਰੋਜ਼ ਦੇ ਰੋਜ਼ ਪੈਸੇ ਦੇਣੇ, ਮੁਫਤ ਨਹੀਂ ਹੈ, ਤੇ ਹੁਣ ਤੂੰ ਦੱਸ ਕਿੱਥੇ ਜਾਣਾ ਚਾਹੁੰਦਾ। ਇਸ ਹਾਲ ਦੇ ਵਿੱਚ ਮੈਨੂੰ ਦੱਸੋ ਕਿਉਂ ਇਹ ਸਰਕਾਰਾਂ ਮੂੰਹ ਬੰਦ ਕਰਕੇ ਬਹਿ ਜਾਂਦੇ ਨਹੀਂ? ਬਲਕਿ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬਰਸਾਤੀ ਡੱਡੂ ਇਸ ਵੇਲੇ ਆਪਣੀਆਂ ਸੁਰਖੀਆਂ ਬਟੋਰਨ ਲਈ ਆਵਾਜ਼ਾਂ ਚੁੱਕਦੇ ਨੇ, ਨਵਦੀਪ ਜੀ, ਉਹਨਾਂ ਚੋਂ ਇੱਕ ਤੇ ਹੱਥ ਰੱਖ ਕੇ ਦੱਸਿਓ, ਜਾਂ ਕੋਈ ਆਪਣੀ ਛਾਤੀ ਤੇ ਹੱਥ ਰੱਖ ਕੇ ਦਾਅਵਾ ਕਰੇ ਵੀ ਮੈਂ ਜਾਂ ਮੇਰੇ ਨਾਲ ਦੇ ਇੱਥੇ 300 ਕਰੋੜ ਜਾਂ 4-4 ਹਜ਼ਾਰ ਕਰੋੜ ਦੇ ਅਸੀਂ ਘਪਲੇ ਕਰੀ ਬੈਠੇ ਆ ਕਿ ਅਸੀਂ ਕਦੇ ਅੱਜ ਤੱਕ ਹਸਪੀਟਲਸ ਲਈ ਗੱਦੇ ਦਾਨ ਕੀਤੇ ਨੇ? ਅਸੀਂ ਹਸਪੀਟਲਸ ਲਈ ਕੀ ਕਦੇ ਐਡਵਾਂਸਡ ਮਸ਼ੀਨਾਂ ਦਿੱਤੀਆਂ? ਇੱਕ ਸੀਟੀ ਸਕੈਨ ਤੱਕ ਵਰਗੀ ਚੀਜ਼ ਦੇ ਦਿੱਤੀ? ਜਾਂ ਕੋਈ ਇਹੋ ਜਿਹੇ ਕਹਿਣ ਲਓ ਜੀ ਅਸੀਂ 1 ਰੁਪਏ ਦਾ ਡਿਸਪੋਜ਼ੇਬਲ ਸਰਿੰਜ ਨੀਡਲ ਸੀ, ਆ ਅਸੀਂ 10 ਲੱਖ ਸਰਿੰਜਾਂ ਫੜਾਤੀਆਂ, ਲਓ ਜੀ ਆ ਫੜੋ। ਕੀ ਮਾਇਨੇ ਰੱਖਦਾ ਜੇ ਕਿਸੇ ਇੱਕ ਲਈ ਜਿਹੜਾ ਇੰਨੇ ਕਰੋੜਾਂ ਰੁਪਏ ਘਪਲੇ ਕਰੀ ਬੈਠੇ ਹੋਣ, ਕਿ ਉਹਨਾਂ ਲਈ ਇੰਨੀਆਂ ਕੁ ਸਰਿੰਜਾਂ ਨੀਡਲਾਂ ਤੱਕ ਵੀ ਡੋਨੇਟ ਕਰਨੀਆਂ ਕੋਈ ਬਹੁਤ ਵੱਡੀਆਂ ਗੱਲਾਂ ਨੇ? ਜੇ ਉਹ ਕੱਖ ਵੀ ਇਹੋ ਜਿਹਾ ਨਹੀਂ ਕਰਦੇ, ਸਿਰਫ ਸੁਰਖੀ ਬਟੋਰਨ ਲਈ ਆ ਇੱਕ ਮਾਮਲਾ ਹੋ ਗਿਆ ਜੀ, ਪੱਕ ਗਿਆ ਜੀ, ਲਓ ਜੀ ਅਸੀਂ ਨਾਲ ਖੜੇ ਆ ਜੀ। ਖਿਆਲ ਕਰਿਓ ਇਸ ਚੀਜ਼ ਲਈ ਪੈਟਰੋਲ ਵੀ ਕਿੰਨਾ ਉਹਨਾਂ ਦਾ ਲੱਗਦਾ ਜੇ ਜਦੋਂ ਭੱਜਦੇ ਆਉਂਦੇ ਨੇ ਸੁਰਖੀਆਂ ਲੈਣ ਲਈ। ਉਹਨੇ ਚੀਜ਼ ਚੋਂ ਹੀ ਕਹਿਣ ਜੀ ਅਸੀਂ ਇਸ ਦੇ ਜਿਹੜੇ ਜਾਨ ਨੂੰ ਬਚਾਉਣ ਵਾਲੇ ਟੀਕੇ ਨੇ, ਲਾਈਫ ਸੇਵਿੰਗ ਡਰੱਗਸ ਨੇ, ਲਓ ਜੀ ਅਸੀਂ 1 ਲੱਖ ਦੀਆਂ ਲਾਈਫ ਸੇਵਿੰਗ ਡਰੱਗਸ ਇੱਥੇ ਫ੍ਰੀ ਦਿੱਤੀਆਂ। ਕਿ ਕਦੇ ਇਹੋ ਜਿਹੀ ਸੁਰਖੀ ਬਣੀ ਦੇਖੀ? ਸ਼ਾਇਦ ਤੁਸੀਂ ਹੱਸੋਗੇ ਜੇ ਮੈਂ ਅੱਜ ਦੱਸਾਂ ਕਿ ਸਾਡੇ ਤਾਂ ਹਾਲ ਇਹ ਹੈ ਕਿ ਪੋਚੇ ਤੱਕ ਨਹੀਂ, ਝਾੜੂ ਤੱਕ ਟੁੱਟ ਜਾਣ ਤੇ ਉਹ ਦੁਬਾਰਾ ਕਹਿੰਦੇ ਨੇ ਜੀ ਇਹ ਕਿਉਂ ਇਸ ਤਰ੍ਹਾਂ ਐਡੀ ਛੇਤੀ ਟੁੱਟ ਗਿਆ, ਆਪਣੇ ਕੋਲੋਂ ਅਰੇਂਜ ਕਰਾ ਲਿਓ। ਸ਼ਰਮ ਆਉਂਦੀ ਹੈ ਮੈਨੂੰ ਦੱਸਦਿਆਂ ਵੀ ਕਿ ਕਈ ਵਾਰ ਮਜਬੂਰੀ ਬਸ ਅਸੀਂ ਆਪਣੇ ਮਰੀਜ਼ ਹੀ ਕਿਸੇ ਨੂੰ ਕਹਿ ਦਿੰਦੇ ਆ, ਭਾਈ 2 ਜਣੇ ਰਲ ਕੇ, ਕਿਉਂਕਿ ਅਸੀਂ ਤਾਂ ਹੋ ਗਿਆ ਹੁਣ ਮਹੀਨਿਆਂ ਬੱਧੀ ਡੋਨੇਟ ਕਰਦੇ ਆ, ਭਾਈ ਫਰਨੈਲ ਡੋਨੇਟ ਕਰ ਦਿਓ ਤੁਸੀਂ ਥੋੜੀ ਜਿਹੀ, ਤਾਂ ਕਿ ਇੱਥੋਂ ਸਾਫ਼ ਸਫਾਈ ਕਰ ਸਕੀ। ਯਾਨੀ ਜਿਹੜਾ ਮਰੀਜ਼ ਸਫਾਈ ਵੀ ਆਪ ਕਰਵਾਉਣ ਤੱਕ ਹਾਲਤ ਤੱਕ ਪਹੁੰਚ ਗਿਆ ਹੋਵੇ, ਤੁਸੀਂ ਸਮਝ ਲਓ ਕਿ ਉੱਥੇ ਅਸੀਂ ਕੀ ਭਾਲਦੇ ਆ, ਕੀ ਚੰਗਾ ਹੋਣਾ ਚਾਹੀਦਾ, ਕੀ ਠੀਕ ਹੋਣਾ ਚਾਹੀਦਾ। ਕਿਉਂ ਆਖਰ ਕਿਉਂ ਸਾਡੇ ਸਿਆਸਤਦਾਨਾਂ ਨੂੰ ਇਹ ਸਰਕਾਰੀ ਹਸਪਤਾਲ ਇਲਾਜ ਕਰਵਾਉਣ ਲਈ ਚੁੱਭਦੇ ਨੇ? ਉਂਗਲ ਰੱਖਿਓ, ਦੱਸਿਓ ਕਿੰਨੇ ਜਿਹੜੇ ਨੇ ਲੋੜ ਪੈਣ ਤੇ ਜਿਹੜੇ ਇਸੇ ਹੀ ਹਸਪੀਟਲ ਵਿੱਚ ਸਿਆਸਤਦਾਨ ਜਾਂ ਅਫਸਰ, ਜਿਨ੍ਹਾਂ ਵਿੱਚ ਮੈਂ IAS IPS ਆਫੀਸਰਸ ਦੀ ਗੱਲ ਕਰ ਰਹੀ ਹਾਂ, ਇਹ ਸਕੱਤਰ ਸਾਹਿਬਾਨ ਕਦੇ ਇਹਨਾਂ ਹਸਪਤਾਲਾਂ 'ਚ ਦਾਖਲ ਹੋਏ ਨੇ? ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਜਾਂ ਪਟਿਆਲੇ 'ਚ ਦਾਖਲ ਹੋ ਕੇ ਇੱਕ ਇਹਨਾਂ ਦੇ ਜਨਰਲ ਵਾਰਡ ਵਿੱਚ ਮੈਂ ਬੈਠ ਕੇ ਦੇਖ ਲੈਣਾ
ਨਹੀਂ ਤਾਂ ਇੱਕ ਡਾਕਟਰ ਤੋਂ ਹੀ ਐਕਸਪੈਕਟ ਕਰਦੇ ਹੋ ਕਿ ਡਾਕਟਰ ਇਸੇ ਗੱਦੇ ਤੇ ਪੈ ਜਾਏਗਾ ਤੇ ਸਭ ਕੁਝ ਠੀਕ ਹੋ ਜਾਏਗਾ। ਪਰ ਉਹ ਕਿਉਂ ਇਹਨਾਂ ਥਾਵਾਂ ਤੇ ਇਲਾਜ ਕਰਵਾਉਣ ਨਹੀਂ ਆਉਂਦੇ? ਕਿਉਂ ਅਮਰੀਕਾ ਨੂੰ ਭੱਜਦੇ ਨੇ? ਕਿਉਂ ਭੱਜਦੇ ਨੇ ਇੰਗਲੈਂਡ ਨੂੰ? ਕਿਉਂ ਭੱਜਦੇ ਨੇ ਦਿੱਲੀ ਨੂੰ? ਉਹਨਾਂ ਨੂੰ ਪਤਾ ਹੈ ਕਿ ਇੱਥੇ ਕੁਝ ਵੀ ਠੀਕ ਨਹੀਂ, ਪਰ ਨੀਤ ਹੋਣੀ ਚਾਹੀਦੀ ਹੈ ਠੀਕ ਕਰਵਾਉਣ ਦੀ, ਜੋ ਹੈ ਹੀ ਨਹੀਂ। ਕਿਉਂਕਿ ਉਹਨਾਂ ਦੀ ਸੋਚ ਸੀਮਤ ਸਿਰਫ ਇਸ ਥਾਂ ਤੱਕ ਹੈ, ਕਿੱਥੋਂ ਅਸੀਂ ਵੋਟਾਂ ਲੈ ਸਕਦੇ ਹਾਂ, ਕਿੱਥੋਂ ਅਸੀਂ ਇਹਨਾਂ ਨੂੰ ਭਰਮਾ ਸਕਦੇ ਹਾਂ, ਤੇ ਕਿਵੇਂ ਅਸੀਂ ਜੁਮਲੇ ਬਾ ਕਮਾਲ ਬੋਲ ਸਕਦੇ ਹਾਂ। ਸੋ ਉਹਨਾਂ ਦੇ ਸਿਰ ਤੇ ਜਿੰਨੀ ਦੇਰ ਕੁਰਸੀ ਸਾਂਭ ਸਕੀਏ, ਉੱਥੇ ਤੱਕ ਸੋਚ ਜਦੋਂ ਸੀਮਤ ਹੋਏ, ਖਿਮਾ ਕਰਿਓ, ਇਹ ਹਸਪੀਟਲ ਇਸ ਤਰ੍ਹਾਂ ਨਹੀਂ ਸੁਧਾਰੇ ਜਾ ਸਕਦੇ। ਇਹ ਇੱਕ ਜਾਂ ਦੋ ਤੁਰ ਵੀ ਜਾਣਗੇ, ਪਰ 5 ਸਾਲਾਂ ਬਾਅਦ ਅੱਜ ਹੁਣ ਇਸ ਪ੍ਰੋਗਰਾਮ 'ਚ ਵਾਰਨਿੰਗ ਦੇ ਰਹੇ ਹਾਂ ਕਿ ਜਿਸ ਤਰੀਕੇ ਨਵੇਂ ਡਾਕਟਰ ਭਰਤੀ ਨਹੀਂ ਹੋ ਰਹੇ, ਆਣਾ ਹੀ ਨਹੀਂ ਚਾਹੁੰਦੇ, ਕਿਉਂਕਿ ਇਹਨਾਂ ਹਾਲਾਤਾਂ ਵਿੱਚ ਅਜੇ ਇੱਕ ਅਹਿਮ ਨੁਕਤਾ ਹੋਰ ਦੱਸਦੇ ਹਾਂ। ਅਜੇ ਇਹ ਵੀ ਸਾਡੇ ਸਰਕਾਰੀ ਡਾਕਟਰਾਂ ਨੂੰ ਜੋ ਨਵੇਂ ਹੁਣ ਬੱਚੇ ਜੁਆਇਨ ਕੀਤੇ ਸੀ ਕਿਉਂ ਛੱਡ ਕੇ ਗਏ ਨੇ, ਜਿਨ੍ਹਾਂ ਵਿੱਚ ਮੈਂ ਆਪ ਪਰਸਨਲੀ ਜਾਣਦੀ ਹਾਂ 32 ਕੁ ਡਾਕਟਰਾਂ ਨੂੰ ਜੋ ਛੱਡ ਗਏ ਨੇ, ਜਿਨ੍ਹਾਂ ਨੇ ਜੁਆਇਨ ਕੀਤਾ ਜਾਂ ਜਿਨ੍ਹਾਂ ਨੇ ਕਲੀਅਰ ਕੀਤੇ ਨੇ ਅਮਰੀਕਾ ਜਾਂ ਕੈਨੇਡਾ ਦੇ ਟੈਸਟ ਜੋ ਹੁਣ ਗਏ ਨੇ ਜਾਂ ਇੰਗਲੈਂਡ ਦੇ। ਕਾਰਨ ਇਹ ਕਿ ਉਹ ਨਵੇਂ ਜੰਮੇ ਜਿਹੜੇ, ਮੈਂ ਕਰਿਓ ਜੰਮੇ ਕਹਿ ਰਹੀ ਹਾਂ, ਨਵੇਂ ਜਿਨ੍ਹਾਂ ਨੇ ਹੁਣ ਨੌਕਰੀ ਜੁਆਇਨ ਕੀਤੀ ਸੀ, ਪਤਾ ਜੀ ਉਹਨਾਂ ਨੂੰ ਕੀ ਡਿਊਟੀ ਮਿਲਦੀ, ਜੋ ਕਿ ਇੱਕ ਸੋਚ ਨਾਲ ਆਏ ਸੀ ਇੱਥੇ ਕਿ ਅਸੀਂ ਸੇਵਾ ਕਰਨੀ ਹੈ। ਕਿਉਂਕਿ ਜਦੋਂ ਤਾਜ਼ਾ ਡਾਕਟਰ ਬਣ ਕੇ ਨਿਕਲਦਾ, ਉਹਨੂੰ ਬਹੁਤ ਇਸ ਚੀਜ਼ ਦਾ ਚਾਅ ਹੁੰਦਾ ਕਿ ਮੈਂ ਡਾਕਟਰ ਹੀ ਇਸ ਕਰਕੇ ਬਣਿਆ ਵੀ ਮੈਂ ਇਹਨਾਂ ਦੀ ਸੇਵਾ ਕਰਾਂ। ਉਹਨਾਂ ਨੂੰ 36 ਘੰਟੇ ਵੀ ਅਸੀਂ ਡਿਊਟੀਆਂ ਤੇ ਲਾਉਂਦੇ ਆ ਨਾ, ਸੱਚ ਜਾਣਿਓ ਉਹ ਬਿਨਾਂ ਖਾਏ ਪੀਏ ਵੀ ਡਟੇ ਰਹਿੰਦੇ ਨੇ ਕਿ ਹਾਂਜੀ, ਫਿਰ ਬੜੀ ਖੁਸ਼ੀ ਨਾਲ ਸਾਨੂੰ ਦੱਸਦੇ ਨੇ ਅਸੀਂ ਇਹ ਜਾਨ ਬਚਾ ਲਈ। ਅਸੀਂ ਦੇਖਦੇ ਹਾਂ ਉਹਨਾਂ ਦੇ ਅੰਦਰ ਉਹ ਜਜ਼ਬਾ ਇਸ ਚੀਜ਼ ਦਾ ਕਰਨ ਦਾ, ਪਰ ਪਤਾ ਜੇ ਡਿਊਟੀਆਂ ਕੀ ਲੱਗਦੇ। ਇੱਥੇ ਇੱਕ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਨੇ ਆਣਾ, ਸਵੇਰੇ 5 ਵਜੇ ਜਾ ਕੇ ਖੜੇ ਹੋ ਜਾਓ, ਤੇ ਫਿਰ ਜਦੋਂ ਤੱਕ ਉਹ ਚਲੇ ਜਾਣਗੇ ਉਸ ਤੋਂ 2 ਘੰਟੇ ਬਾਅਦ ਤੱਕ, ਯਾਨੀ ਸ਼ਾਮ 5 ਵਜੇ ਤੱਕ ਉੱਥੇ ਖੜੇ ਰਹਿਣਾ, ਜਿੱਥੋਂ ਕਿ ਤੁਸੀਂ 2 ਕਿਲੋਮੀਟਰ ਪਰੇ ਖੜੇ ਹੋ, ਇੱਕ ਅਜਿਹੀ ਥਾਂ ਧੁੱਪੇ ਜਿੱਥੇ ਤੁਹਾਨੂੰ ਪੀਣ ਦਾ ਪਾਣੀ ਨਹੀਂ, ਗੁਸਲਖਾਨਾ ਨਹੀਂ, ਖਾਣ ਨੂੰ ਕੁਝ ਵੀ ਨਹੀਂ। ਉਹ ਬੱਚੇ ਸਿਰਫ ਸਵੇਰੇ 6 ਵਜੇ ਤੋਂ ਲੈ ਕੇ ਡਾਕਟਰ ਸ਼ਾਮ 5 ਵਜੇ ਤੱਕ ਸਿਰਫ ਇਹ ਖੜੇ ਰਹਿਣ ਕਿ ਉਹਨਾਂ ਦੇ ਉੱਪਰੋਂ ਜਹਾਜ਼ ਲੰਘ ਗਿਆ ਤੇ ਖਰੇ ਕਿਹੜੀ ਥਾਂ ਤੋਂ ਫਿਰ ਉਹ ਵਾਪਸ ਲੰਘ ਗਿਆ, ਇਹਨਾਂ ਨੇ ਉਹਨਾਂ ਦੀ ਨਜ਼ਰ ਭਰ ਤੱਕਿਆ ਵੀ ਨਹੀਂ। ਪਰ ਉਹ ਰਾਹ ਵਿੱਚ 2 ਕਿਲੋਮੀਟਰ ਦੂਰ ਖੜੇ ਇਹ ਬੱਚੇ ਕਿਸ ਸੋਚ ਨਾਲ, ਸੇਵਾ ਭਾਵ ਨਾਲ ਜੁੜਨ ਕਿ ਅਸੀਂ ਕਿਉਂ ਖੜੇ ਹਾਂ, ਕੀ ਕਰ ਰਹੇ ਹਾਂ, ਤੇ ਇੱਥੇ ਕਿਉਂ ਸਾਡੀ ਵੇਸਟੇਜ ਸਾਡੀ ਇੱਥੇ ਕੀਤੀ ਜਾ ਰਹੀ ਹੈ, ਜਦੋਂ ਕਿ ਅਸੀਂ ਇੰਨੀ ਦੇਰ 'ਚ ਸ਼ਾਇਦ 10 ਜਾਨਾਂ ਬਚਾ ਸਕਦੇ ਹੋਈਏ। ਸਾਡੀ ਲੋੜ ਉੱਥੇ ਹੈ, ਨਾ ਕਿ ਸੜਕ ਦੇ ਉੱਤੇ ਇੱਕ ਬੰਦ ਐਂਬੂਲੈਂਸ ਦੇ ਵਿੱਚ, ਜਿੱਥੇ ਨਾ ਹਵਾ ਨਾ ਪਾਣੀ ਤੇ ਨਾ ਹੀ ਤੁਹਾਡੇ ਕੋਲ ਖਾਣ ਨੂੰ ਕੁਝ, ਤੇ ਘੱਟੋ ਘੱਟ ਇਹ ਤਾਂ ਕਿਸੇ ਦੀ ਪ੍ਰੀਲਿਮਿਨਰੀ ਲੋੜ ਹੈ ਕਿ ਗੁਸਲਖਾਨਾ ਵੀ ਨਹੀਂ। ਇੱਕ ਬੇਟੀ ਨੂੰ ਜੇ ਤੁਸੀਂ ਉੱਥੇ ਖੜਾ ਦਿਓਗੇ 12 ਘੰਟੇ ਇੱਥੇ ਇੱਕ ਵੈਨ ਦੇ ਅੰਦਰ ਬੈਠੀ ਰਹਿ, ਉਹ ਕਿੰਨੀ ਦੇਰ ਇਹੋ ਜਿਹੀ ਚੀਜ਼ ਦੇਖੇਗੀ? ਤੇ ਫਿਰ ਉਹ ਇੱਕ ਵਾਰ ਨਹੀਂ, ਤੁਹਾਨੂੰ ਹਫ਼ਤੇ ਵਿੱਚ ਹੋ ਸਕਦਾ 4 ਡਿਊਟੀਆਂ ਏਦਾਂ ਲੱਗ ਜਾਣ, ਜਾਂ ਮਹੀਨੇ ਵਿੱਚ 16 ਡਿਊਟੀਆਂ। ਤੁਸੀਂ ਇਸੇ ਚੀਜ਼ ਲਈ ਖੜੇ ਹੋ, ਕੌਣ ਅਜਿਹੀਆਂ ਚੀਜ਼ਾਂ ਕਰਨਾ ਚਾਹੇਗਾ? ਫਿਰ ਇਸ ਤੋਂ ਅੱਗੇ ਆਓ, ਸਿਰਫ ਇਹੀ ਨਹੀਂ, ਡਿਊਟੀਆਂ ਕੁਝ ਇਸ ਤਰੀਕੇ ਦੀਆਂ ਵੀ ਲੱਗਦੀਆਂ ਨੇ ਕਿ ਅੱਜ ਜੀ ਇੱਕ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਜਾਂ ਇਹਨਾਂ ਸਾਹਿਬਾਂ ਦੇ ਕਿਸੇ ਦੇ ਰਿਸ਼ਤੇਦਾਰ ਦੇ ਘਰ ਕਿਸੇ ਦੇ ਢਿੱਡ ਪੀੜ ਹੋਈ ਹੈ, ਤਾਂ ਮਤਲਬ ਹੈ ਕਿ ਇੱਕ ਸੀਨੀਅਰ ਸਾਡਾ ਪ੍ਰੋਫੈਸਰ ਜਾਏਗਾ ਆਪਣੇ ਇੱਕ ਜੂਨੀਅਰ ਡਾਕਟਰ ਨੂੰ ਲੈ ਕੇ, ਹੱਥ ਜੋੜ ਕੇ ਜੀ ਹਜ਼ੂਰੀ ਕਰਕੇ ਉਹਨਾਂ ਦੇ ਘਰ ਦੇ ਬਾਹਰ ਖੜਾ ਹੋ ਜਾਏਗਾ, ਹਾਂਜੀ ਦੱਸੋ ਜੀ ਕਿਸ ਨੂੰ ਨਿਸ਼ਾਈ ਜੇ, ਕਿਸ ਦੇ ਢਿੱਡ ਪੀੜ ਹੈ? ਇਹ ਚੀਜ਼ਾਂ ਕੀ ਤੁਹਾਨੂੰ ਲੱਗਦਾ ਹੈ ਸਿਰਫ ਗੱਦੇ ਤੇ ਪੈਣਾ ਹੀ ਕਿਸੇ ਦੀ ਬੇਇੱਜ਼ਤੀ ਹੁੰਦੀ ਹੈ? ਇਹ ਬੇਇੱਜ਼ਤੀ ਨਹੀਂ ਹੁੰਦੀ ਕਿ 12 ਵਜੇ ਤੁਹਾਨੂੰ ਰਾਤ ਨੂੰ ਇਹ ਸੱਦਿਆ ਜਾਂਦਾ ਹੈ ਕਿ ਆਓ ਜੀ ਇੱਥੇ ਢਿੱਡ ਪੀੜ ਹੋ ਗਈ ਜੇ ਇੱਕ ਅਫਸਰ ਦੀ, ਤੇ ਤੁਸੀਂ ਦੇਖਣ ਲਈ ਪਹੁੰਚੋ। ਉਦੋਂ ਕਿਸ ਮੂੰਹ ਨਾਲ ਇਹ ਚੀਜ਼ਾਂ ਕਹੀਆਂ ਜਾਂਦੀਆਂ ਤੇ ਇਹ ਚੀਜ਼ਾਂ ਉਜਾਗਰ ਕਿਉਂ ਨਹੀਂ ਕੀਤੀਆਂ ਜਾਂਦੀਆਂ ਕਿ ਇਹ ਵੀ ਗਲਤ ਚੀਜ਼ ਹੈ? ਕਿਉਂ ਆਖਰ ਉਹੀ ਡੀਸੀ ਜਾਂ ਉਹੀ ਐਸਐਸਪੀ ਆਪ ਉਹਨਾਂ ਥਾਵਾਂ ਤੇ ਜਾ ਸਕਦਾ? ਜਾਂ ਆਖਰ ਹੁਣ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰੀ ਡਾਕਟਰ ਦੀ ਬੁੱਕਤ ਹੈ ਜਾਂ ਇਹਨੂੰ ਪਤਾ ਹੈ, ਪਰ ਇਹਦੀਆਂ ਲੋੜਾਂ ਨੂੰ ਤੁਸੀਂ ਨਹੀਂ ਸੁਣਨ ਨੂੰ ਤਿਆਰ, ਤੇ ਪ੍ਰਾਈਵੇਟ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਜੇ ਕਿ ਉੱਥੇ ਤੁਹਾਡੀ ਸਾਰੀ ਲੋੜ ਪੂਰੀ ਹੋ ਜਾਣੀ ਹੈ ਤੇ ਫ੍ਰੀ ਖਰਚਾ ਜੋ ਕਿ ਪੰਜਾਬ ਸਰਕਾਰ ਨੇ ਚੱਲਣਾ, ਅਸੀਂ ਟੈਕਸ ਦੇ ਕੇ ਉਹਨਾਂ ਦੇ ਇਲਾਜ ਪ੍ਰਾਈਵੇਟ ਹਸਪੀਟਲ ਵਿੱਚ ਕਰਨੇ ਨੇ, ਉਹਨਾਂ ਥਾਵਾਂ ਤੇ ਵੀ ਹੁਕਮ ਇਹ ਹੋ ਜਾਂਦਾ ਹੈ ਕਿ ਉੱਥੋਂ ਦੀ ਪ੍ਰੋਫੈਸਰ ਆਣ, ਸਾਨੂੰ ਇੱਥੋਂ ਚੈੱਕ ਕਰਕੇ ਜਾਣ, ਦਵਾਈਆਂ ਲਿਖਾ ਜਾਣ, ਚੈੱਕ ਕਰਨ, ਸਭ ਠੀਕ ਹੈ, ਤੇ ਫਿਰ ਗੇੜਾ ਵੀ ਰੋਜ਼ ਦਾ ਇੱਕ ਲਾ ਕੇ ਜਾਓ, ਪਰ ਅਸੀਂ ਬੈਠੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹਦੇ ਖਰਚੇ
ਅਸੀਂ ਲੋਕ ਪੰਜਾਬ ਦੇ ਹੀ ਚੁੱਕ ਰਹੇ ਹਾਂ। ਆਖਰ ਇਹ ਸਾਰੀਆਂ ਚੀਜ਼ਾਂ ਕਿਸੇ ਨਜ਼ਰ ਨਹੀਂ ਆਉਣਗੀਆਂ। ਕੌਣ ਇਹਨਾਂ ਲਈ ਆਵਾਜ਼ ਚੁੱਕੇਗਾ? ਇਸ ਥਾਂ ਤੇ ਉਸ ਡਾਕਟਰ ਦੀ ਬੇਇੱਜ਼ਤੀ ਨਹੀਂ ਕਿ ਉਹ ਰਾਤ ਨੂੰ ਉਠਾ ਕੇ ਭੇਜਿਆ ਗਿਆ ਤੇ ਉਹ ਚਪੜਾਸੀ ਵਾਂਗ ਖੜਾ ਕਰਾ ਦਿੱਤਾ ਗਿਆ ਕਿ ਹੁਣ ਇਹ ਸਾਹ ਅੰਦਰੋਂ ਨਿਕਲਣਗੇ, ਫਿਰ ਉਹਨਾਂ ਦੀ ਢਿੱਡ ਪੀੜ ਦਾ ਦੇਖੋ, ਇਲਾਜ ਕਰੋ ਤੇ ਫਿਰ ਵਾਪਸ ਜਾ ਕੇ ਇਹਨਾਂ ਨੂੰ ਦਵਾਈ ਵੀ ਲਿਆ ਕੇ ਦਿਓ। ਇਹ ਚੀਜ਼ਾਂ ਕਿਉਂ ਨਜ਼ਰੀ ਨਹੀਂ ਆਉਂਦੀਆਂ? ਕਿਉਂਕਿ ਇਹਨਾਂ ਵਿੱਚ ਸੁਰਖੀ ਨਹੀਂ ਨਾ ਮਿਲਣੀ, ਇੱਥੇ ਮੀਡੀਆ ਆ ਕੇ ਖੜਾ ਨਹੀਂ ਹੋਇਆ। ਸੋ ਇਹ ਚੀਜ਼ਾਂ ਇਸੇ ਤਰ੍ਹਾਂ ਹੀ ਤੁਰਦੀਆਂ ਰਹਿਣੀਆਂ ਨੇ। ਇਸੇ ਤਰ੍ਹਾਂ ਹੀ ਇਹਨਾਂ ਨੂੰ ਬਿਲਕੁਲ ਜ਼ਲੀਲ ਵੀ ਕੀਤਾ ਜਾਂਦਾ ਜੇ ਉਹਨਾਂ ਥਾਵਾਂ ਤੇ ਕਿ ਤੁਹਾਨੂੰ 12 ਵਜੇ ਫੋਨ ਕੀਤਾ ਸੀ, ਕੀ ਗੱਲ ਹੈ 1:30 ਵਜੇ ਤੁਰੇ ਆਉਂਦੇ ਹੋ। ਯਾਨੀ ਇੱਕ ਡਾਕਟਰ ਸੁੱਤਾ ਹੋਇਆ ਜੋ ਕਿ ਪ੍ਰੋਫੈਸਰ ਲੈਵਲ ਤੱਕ ਪਹੁੰਚਦਾ, ਬਹੁਤੀ ਵਾਰ ਉਹ 58-59 ਸਾਲ ਦੇ ਨੇੜੇ ਤੇੜੇ ਦਾ ਹੀ ਹੋਏਗਾ, ਉਹ ਰਾਤ ਨੂੰ ਆਖਰ ਭੱਜਿਆ ਦੌੜਿਆ ਦਰਵਾਜ਼ੇ ਤੇ ਨਹੀਂ ਖੜਾ, ਘੰਟਾ ਲੇਟ ਪਹੁੰਚਣ ਤੇ ਜੇ ਇਹੋ ਜਿਹੀ ਜ਼ਲਾਲਤ ਸੁਣਨੀ ਪਏਗੀ ਤਾਂ ਫਿਰ ਇਹ ਡਾਕਟਰ ਹੌਲੀ ਹੌਲੀ ਕਿਉਂ ਛੱਡ ਰਹੇ ਨੇ? ਸਮਝ ਆ ਜਾਣੀ ਚਾਹੀਦੀ ਹੈ। ਜੇ ਨਹੀਂ ਤਾਂ ਮੈਂ ਤੇ ਵਾਰ-ਵਾਰ ਕਹਿ ਦਿੱਤਾ ਇਸ ਪ੍ਰੋਗਰਾਮ ਵਿੱਚ ਵੀ 5 ਸਾਲ ਬਾਅਦ ਸਮਝ ਆਏਗੀ, ਜਦੋਂ ਹੋਣੇ ਹੀ ਨਹੀਂ ਡਾਕਟਰ ਫਿਰ ਕੀ ਕਰਨਾ ਚਾਹੁੰਦੇ ਆ। 16 ਮੈਡੀਕਲ ਕਾਲਜ ਆਖਰ ਚਲਾਉਣੇ ਕਿਨੇ ਨੇ? ਡਾਕਟਰਾਂ ਦੀ ਉਹ ਜੋ ਸੀ ਔਕਾਤ ਬਣਾ ਕੇ ਰੱਖ ਦਿੱਤੀ ਕਿ ਇਹ ਤਾਂ ਹਮੇਸ਼ਾ ਜੀ ਹਜ਼ੂਰੀ ਕਰਦੇ ਹੱਥ ਜੋੜ ਕੇ ਸਾਹਮਣੇ ਹੀ ਖੜੇ ਰਹਿਣਗੇ, ਨਹੀਂ ਤਾਂ ਤੁਹਾਡੀ ACR ਖਰਾਬ ਹੋਏਗੀ, ਤਨਖਾਹ ਰੋਕ ਲਵਾਂਗੇ, ਕਮੈਂਟਸ ਦੇ ਦਿਆਂਗੇ, ਤੁਹਾਡੇ ਤੇ ਅਸੀਂ ਸਸਪੈਂਡ ਕਰ ਦਿਆਂਗੇ। ਯਾਨੀ ਹਮੇਸ਼ਾ ਹੀ ਤਲਵਾਰ ਟੰਗ ਕੇ ਜੇ ਇਹ ਚੀਜ਼ ਹੁੰਦੀ ਰਹੇਗੀ ਤਾਂ ਖਿਮਾ ਕਰਿਓ ਇੱਥੇ ਨੱਕ ਦੇ ਖੋਜ ਹੋਏਗੀ ਕੋਈ ਚੱਜ ਦੀ, ਜੋ ਕਿ ਮੈਂ ਤੁਹਾਨੂੰ ਆਪ ਦੱਸ ਰਹੀ ਹਾਂ ਕਿ ਅਸੀਂ ਖੋਜਾਂ ਜੋ ਵੀ ਇੱਥੇ ਕਰਦੇ ਹਾਂ ਸਾਨੂੰ ਫੰਡ ਨਹੀਂ ਮਿਲਦੇ। ਜੇ PGI ਦੇ ਵਿੱਚ 800 ਕਰੋੜ ਪਹੁੰਚਿਆ ਜੇ, ਸਾਡੇ ਕੋਲ ਕਹਿੰਦੇ ਨੇ ਜਿਹੜੇ ਵਿਦਿਆਰਥੀ ਖੋਜ ਕਰਨ ਆਏ ਨੇ, ਜਿਨ੍ਹਾਂ ਨੇ ਕਰਨੀ ਹੈ ਇਸ ਵੇਲੇ MD, ਉਹਨਾਂ ਨੂੰ ਕੋ ਆਪਣੇ ਪੱਲਿਓਂ ਹੀ ਲਾ ਲੈਣੇ ਸਾਰੀਆਂ ਚੀਜ਼ਾਂ, ਤੇ ਉਹ ਝੂਠੇ ਸਰਟੀਫਿਕੇਟ ਦਿੰਦੇ ਰਹਿੰਦੇ ਨੇ, ਹਾਂਜੀ ਅਸੀਂ ਤਾਂ ਪੱਲਿਓਂ ਨਹੀਂ ਖਰੀਦੀ ਜੀ, ਸਰਕਾਰ ਨੇ ਦਿੱਤੀ ਜੀ। ਆਖਰ ਇਹ ਚੀਜ਼ਾਂ ਅਸੀਂ ਸਟੂਡੈਂਟ ਪੜ੍ਹਦੇ ਦੇ ਦਿਮਾਗ ਵਿੱਚ ਵਾੜ ਦਿੰਦੇ ਆ ਕਿ ਕਾਕਾ ਤੇਰੀ ਇੱਥੇ ਕਿਤੇ ਪੁੱਛ-ਗਿੱਛ ਨਹੀਂ ਹੋਣੀ, ਤੂੰ ਕਰ ਅੱਖਾਂ ਮੀਟ ਤੇ ਭੱਜ ਜਾ ਜਿੱਥੇ ਤੈਨੂੰ ਇੱਜ਼ਤ ਮਿਲਦੀ ਹੈ। ਸੋ ਇਹ ਬਹੁਤ ਚੀਜ਼ਾਂ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਡਾਕਟਰਾਂ ਨੂੰ ਹੀ ਜਿਸ ਤਰੀਕੇ ਦਾ ਦੁਰਵਿਹਾਰ ਦੇਖਣਾ ਪੈਂਦਾ, ਝੱਲਣਾ ਪੈਂਦਾ, ਉੱਥੇ ਕਿਵੇਂ ਸਾਡੀ ਨੌਜਵਾਨ ਪੀੜ੍ਹੀ ਜੋ ਹੁਣ ਪਾਸ ਹੋ ਕੇ ਆ ਰਹੀ ਹੈ ਸੋਚ ਸਕਦੇ ਹਾਂ ਕਿ ਇੱਥੇ ਕੰਟੀਨਿਊ ਕਰੇਗੀ। ਇੱਕ ਸੀਨੀਅਰ ਰੈਜ਼ੀਡੈਂਸੀ ਲਈ 10 ਵਾਰ, ਕੋਈ ਇੱਕ ਹੱਥ ਨਹੀਂ 10 ਵਾਰ ਐਡਵਰਟਾਈਜ਼ਮੈਂਟ ਆ ਚੁੱਕੀ ਹੈ, ਅਜੇ ਤੱਕ ਵੀ ਖਾਲੀ ਨੇ ਥਾਵਾਂ, ਬਿਲਕੁਲ ਕੋਈ ਨਹੀਂ ਆਉਣਾ ਚਾਹੁੰਦਾ। ਜਦੋਂ ਅਸੀਂ ਫੋਨ ਕਰ ਆਪਣੇ ਵਿਦਿਆਰਥੀਆਂ ਨੂੰ ਵੀ ਸੱਦਦੇ ਹਾਂ, ਉਹ ਕਹਿੰਦੇ ਨੇ ਜੀ ਤੁਸੀਂ ਇੱਜ਼ਤ ਗਵਾ ਲਓ ਇਹਨਾਂ ਥਾਵਾਂ ਤੇ ਬਹਿ ਕੇ, ਸਾਨੂੰ ਕੋਈ ਲੋੜ ਨਹੀਂ, ਸਾਨੂੰ ਤਾਂ ਅਸੀਂ ਦਿੱਲੀ ਜਾਵਾਂਗੇ ਵੱਡੇ ਹਸਪੀਟਲ ਵਿੱਚ, ਜਾਂ ਅਸੀਂ ਬੈਂਗਲੌਰ ਚਲੇ ਜਾਵਾਂਗੇ, ਬਾਹਰ ਚਲੇ ਜਾਵਾਂਗੇ, ਘੱਟੋ ਘੱਟ ਅਸੀਂ ਇਨਸਾਨ ਤਾਂ ਸਮਝੇ ਜਾਵਾਂਗੇ। ਇੱਥੇ ਤਾਂ ਸਾਡੀ ਜੋ ਦੁਰਗਤੀ ਹੁੰਦੀ ਹੈ ਦਰਜਾ 4 ਕਰਮਚਾਰੀ ਦੀ ਵੀ ਓਨੀ ਨਹੀਂ ਹੁੰਦੀ। ਇਹ ਸੋਚ ਜਦ ਤੱਕ ਤਬਦੀਲ ਬੱਚਿਆਂ ਦੀ ਅਸੀਂ ਨਹੀਂ ਕਰ ਸਕਦੇ, ਭੁੱਲ ਜਾਓ, ਇਹ ਸੁਪਨੇ ਰਹਿਣਗੇ ਮੈਡੀਕਲ ਕਾਲਜ ਹੋਰ ਖੋਲਣ। ਜਿਸ ਤਰੀਕੇ ਨਾਲ ਮੈਮ ਤੁਸੀਂ ਪੂਰੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਕਿ ਕਿੰਨੇ ਕੁ ਡਾਕਟਰ ਨੇ ਜਿਹੜੇ ਰਹਿ ਗਏ ਨੇ, ਕਿ ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ ਹੀ ਡਾਕਟਰਾਂ ਦੀ ਪੂਰਤੀ ਨਹੀਂ ਹੋ ਪਾ ਰਹੀ, ਤਾਂ ਜਿਵੇਂ 16 ਮੈਡੀਕਲ ਜਿਹੜੇ ਨੇ ਖੋਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਤੇ ਉਵੇਂ ਹੀ ਜੇ ਆਪਾਂ ਗੱਲ ਕਰੀਏ ਕਿ 15 ਅਗਸਤ ਦੇ ਦਿਹਾੜੇ ਤੇ ਵੀ 100 ਮੁਹੱਲਾ ਕਲੀਨਿਕ ਖੋਲਣ ਦੀ ਵੀ ਗੱਲ ਕੀਤੀ ਗਈ ਹੈ, ਤੇ ਜਦੋਂ ਜਿਹੜੇ ਆਲਰੇਡੀ ਚੱਲ ਰਹੇ ਨੇ ਉਹਨਾਂ ਦੇ ਵਿੱਚ ਡਾਕਟਰ ਪੂਰੇ ਨਹੀਂ, ਤਾਂ ਉਹਨਾਂ 100 ਦੇ ਵਿੱਚ ਡਾਕਟਰ ਕਿੱਥੋਂ ਲੈ ਕੇ ਆਉਣਗੇ? ਮੈਂ ਤੇ ਅੱਗੇ ਹੀ ਕਹਿ ਰਹੀ ਹਾਂ ਜੀ ਕਿ ਜੇ ਡਾਕਟਰ ਹੀ ਨਹੀਂ ਨੇ, ਤੇ ਹੁਣ ਅੱਜ ਦੀ ਦਿਹਾੜੀ ਵੀ ਦੱਸ ਰਹੀ ਹਾਂ, ਜੋ ਕਿ ਖਬਰਾਂ ਛਪ ਚੁੱਕੀਆਂ, ਤਸਵੀਰਾਂ ਸਮੇਤ ਵੀਡੀਓਜ਼ ਆ ਚੁੱਕੀਆਂ ਨੇ, ਜਿੱਥੇ ਸਾਡੇ ਦਰਜਾ 4 ਕਰਮਚਾਰੀ ਵਿਚਾਰੇ ਸਾਰਨ ਲਈ ਵੀ ਕੰਮ ਹੀ ਸਾਰਨਾ ਟੀਕੇ ਲਾਉਂਦੇ ਦੇਖੇ ਗਏ ਨੇ। ਇਹ ਖਬਰਾਂ ਨਸ਼ਰ ਹੋ ਗਈਆਂ, ਤਸਵੀਰਾਂ ਆ ਚੁੱਕੀਆਂ ਨੇ, ਕਿਉਂਕਿ ਨਾ ਉੱਥੇ ਸਟਾਫ ਨਰਸ ਹੈ, ਨਾ ਉੱਥੇ ਕੋਈ ANM ਹੈ, ਨਾ ਉੱਥੇ ਕੋਈ ਡਾਕਟਰ ਹੈ। ਸੋ ਇਹ ਹਾਲ ਜਦੋਂ ਹੁੰਦਾ ਹੋਵੇ ਕਿ ਜਿੱਥੇ ਡਾਕਟਰ ਪੂਰੇ ਹਨ ਹੀ ਨਹੀਂ, ਤੇ ਬਹੁਤ ਵੱਡੀ ਗਿਣਤੀ ਉਹ ਨੇ ਜਿਨ੍ਹਾਂ ਦੇ ਕਿਤੇ ਵੀ ਪਹੁੰਚ ਹੋਵੇ ਉਹ ਚੰਡੀਗੜ੍ਹ ਡੈਪੂਟੇਸ਼ਨ ਤੇ ਜਾ ਕੇ ਬੜੇ ਮਜ਼ੇ ਨਾਲ ਬਹਿ ਜਾਂਦੇ ਨੇ। ਸਾਡੇ ਤਾਂ ਇਹੋ ਜਿਹੇ ਵੀ ਹਾਲ ਨੇ ਕਿ ਸਾਡੇ ਕੁਝ IAS ਆਫੀਸਰਸ ਦੀਆਂ ਪਤਨੀਆਂ ਜਾਂ ਉਹਨਾਂ ਦੇ ਬੱਚੇ, ਜਿਹੜੇ ਸ਼ਾਇਦ ਇੱਕ ਵੀ ਮਰੀਜ਼ ਜਿਨ੍ਹਾਂ ਨੇ ਕਦੇ ਨਹੀਂ ਦੇਖਿਆ, ਪ੍ਰਮੋਸ਼ਨਾਂ ਲੈ ਕੇ ਸੀਨੀਅਰ ਮੋਸਟ ਬਣ ਕੇ ਬੈਠ ਚੁੱਕੇ ਹੋਏ ਨੇ, ਬਗੈਰ ਇੱਕ ਵੀ ਮਰੀਜ਼ ਦੇਖਿਆ, ਬਗੈਰ ਇੱਕ ਵੀ ਦਿਨ ਹਾਜ਼ਰੀ ਲਾਇਆ, ਘਰਾਂ 'ਚ ਬਹਿ ਕੇ ਜੇ ਕਿਤੇ ਉੱਧਰ ਵੀ ਝਾਤ ਮਾਰ ਲੈਣ, ਪੀੜੀ ਥੱਲੇ ਸੋਟਾ ਮਾਰ ਲੈਣ ਸਾਡੇ ਸਿਆਸਤਦਾਨ, ਤਾਂ ਸਮਝ ਆ ਜਾਏਗੀ ਕਿ ਤੁਸੀਂ ਕਿਸ ਤਰੀਕੇ ਦਾ ਵਿਤਕਰਾ ਕਰ ਰਹੇ ਹੋ, ਜੋ ਕਿ ਦੁਨੀਆ ਦੇ ਕਿਸੇ ਹਿੱਸੇ ਵਿੱਚ ਇਸ ਤਰੀਕੇ ਦਾ ਹਾਲ ਨਹੀਂ ਜੇ ਹੁੰਦਾ ਕਿ ਤੁਸੀਂ ਇੱਕ ਨੂੰ ਤਾਂ ਨਪੀੜ ਦਿਓ ਕਿ ਤੁਸੀਂ
ਲਗਾਤਾਰ ਰੋਜ਼ ਹੀ ਡਿਊਟੀਆਂ ਕਰੀ ਜਾਣੀਆਂ, ਛੁੱਟੀ ਵੀ ਤੁਹਾਨੂੰ ਨਹੀਂ ਦਿੱਤੀ ਜਾਏਗੀ। ਬਕਾਇਦਾ ਇਹ ਚਿੱਠੀ ਆਉਂਦੀ ਜੇ ਤੁਹਾਨੂੰ ਛੁੱਟੀ ਨਹੀਂ ਮਿਲੇਗੀ। ਜੀ। ਘਰ ਵਿੱਚ ਕੋਈ ਬਿਮਾਰ ਹੋਵੇ ਤਾਂ ਵੀ ਤੁਹਾਨੂੰ ਛੁੱਟੀ ਲਈ ਇਨਕਾਰ ਕਰ ਦਿੱਤਾ ਜਾਂਦਾ ਹੈ, ਕਿਉਂਕਿ ਕਿਹਾ ਜਾਂਦਾ ਜੀ ਬਾਕੀ 4 ਯੂਨਿਟ ਕਿਹਨੇ ਦੇਖਣੇ ਨੇ, ਤੁਸੀਂ ਦੇਖਣੇ ਨੇ। ਤੇ ਜਦੋਂ ਕਹੀਏ ਭਾਈ ਸਾਹਿਬ ਇੱਥੇ ਦੇ 4 ਯੂਨਿਟਾਂ ਦੇ ਬੰਦੇ ਤਾਂ ਹਨ, ਉਹਨਾਂ ਨੂੰ ਬੁਲਾ ਲਵੋ ਜੇ ਚੰਡੀਗੜ੍ਹੋਂ ਆ ਕੇ ਇੱਥੇ ਕੰਮ ਕਰ ਲੈਣ, ਤਾਂ ਉਹ ਸਨੱਬ ਕੀਤਾ ਜਾਂਦਾ ਕਿ ਕੀ ਗੱਲ ਸਸਪੈਂਡ ਹੋਣਾ ਜੇ, ACR ਖਰਾਬ ਕਰਵਾਉਣੀ ਜੇ। ਯਾਨੀ ਇਹ ਚੀਜ਼ਾਂ ਇੰਨੀਆਂ ਕੁ ਆਮ ਬਣ ਚੁੱਕੀਆਂ ਨੇ ਕਿ ਇੱਥੇ ਸੁਪਰ ਹੋ ਗਿਆ ਕੰਮ ਕਰਨਾ। ਇਸੇ ਲਈ ਸੁਪਰ ਸਪੈਸ਼ਲਿਸਟ ਜਿਸ ਦੀ ਜ਼ਰਾ ਹਿਸਾਬ ਲਾਓ ਕਿ ਉਹਨੂੰ ਕਿਹਾ ਜਾਂਦਾ ਹੈ ਇੱਥੇ ਆ ਜਾ, ਤੈਨੂੰ 1 ਲੱਖ ਰੁਪਇਆ ਦੇ ਦਿਆਂਗੇ, ਪਰ ਥੱਲੇ ਸਟਾਫ ਨਹੀਂ ਦਿਆਂਗੇ, ਬਿਲਕੁਲ ਨਹੀਂ ਦਿਆਂਗੇ, ਇਕੱਲਾ ਹੀ ਕਰ, ਝਾੜੂ ਵੀ ਲਾ ਲਈ, ਜੇ ਤੇਰਾ ਬਸ ਚੱਲਿਆ ਤਾਂ ਤੂੰ ਆਪੇ ਹੀ ਨਰਸ ਦਾ ਕੰਮ ਵੀ ਕਰ ਲਈ, ਵਾਰਡ ਦੇ ਖਿੜਕੀਆਂ ਆਪੇ ਹੀ ਝਾੜ ਲਈ, ਤੇ ਬੰਦੇ ਵੀ ਆਪੇ ਹੀ ਤੁਸੀਂ ਪੋਸਟ ਆਪਰੇਟਿਵ ਕੇਅਰ ਕਰ ਲਈ। ਕਿੰਨੀ ਦੇਰ ਟਿਕੇਗਾ? ਜ਼ਰਾ ਦੇਖੋ ਆ ਕੇ ਕਿਵੇਂ ਉਹ ਆਪਣੀਆਂ ਨੌਕਰੀਆਂ ਛੱਡ ਜਾ ਰਹੇ ਨੇ, ਜਿਨ੍ਹਾਂ ਨੂੰ ਦੋਨੋਂ ਹੱਥ ਖਿਲਾਰ ਕੇ ਸਾਰੇ ਜਣੇ ਲੈਣ ਨੂੰ ਤਿਆਰ ਨੇ। ਸਾਡੇ ਕੋਲ ਜੀ ਨਿਊਰੋ ਸਰਜਨ ਆ ਗਿਆ, ਆਜੋ ਜੀ 20 ਲੱਖ ਤੁਸੀਂ ਸਿੱਧੀ ਲਓ ਤਨਖਾਹ ਮਹੀਨੇ ਦੀ, ਤੇ ਨਾਲੇ ਜਿੰਨੇ ਹੋਰ ਕੇਸ ਹੁੰਦੇ ਜਾਣਗੇ ਉਹਨਾਂ ਚੋਂ ਕਮਿਸ਼ਨ ਵੱਖਰੀ ਦੇਵਾਂਗੇ। ਯਾਨੀ ਇਹ ਸਿਸਟਮ ਸ਼ੁਰੂ ਹੋ ਚੁੱਕਿਆ। ਅਗਲੇ ਨੂੰ ਕਾਰ ਵੀ ਨਾਲ ਹੀ ਦੇ ਦਿੱਤੀ ਜਾਂਦੀ ਹੈ। ਉਹ ਬੰਦਾ ਕਿੱਥੇ ਜਾਏਗਾ? ਯਾਨੀ ਇੱਕ ਨਿਊਰੋ ਬਣ ਕੇ ਜੋ 40 ਵਰਿਆਂ ਦੇ ਨੇੜੇ ਹੋ ਗਿਆ, ਪੜ੍ਹ ਕੇ ਇੱਕ ਇਸ ਤਰ੍ਹਾਂ ਦਾ ਸਪੈਸ਼ਲਾਈਜੇਸ਼ਨ ਕਰਕੇ ਆਇਆ ਜਿਹਦੀ ਲੋੜ ਹੈ, ਤਾਂ ਸਾਰੇ ਪੰਜਾਬ ਵਿੱਚ ਨਿਊਰੋ ਸਰਜਨ ਕਿਉਂ ਨਹੀਂ ਦਿਸਦਾ? ਕਿਉਂਕਿ ਅਸੀਂ ਉਹਨਾਂ ਨੂੰ ਉਹ ਮਾਹੌਲ ਹੀ ਨਹੀਂ ਦਿੱਤਾ ਕਿ ਤੁਹਾਨੂੰ ਇੱਕ ਆਪਰੇਸ਼ਨ ਥੀਏਟਰ ਇਸ ਤਰ੍ਹਾਂ ਦਾ ਵਧੀਆ ਦੇ ਸਕਦੇ ਹਾਂ, ਤੁਹਾਡੇ ਲਈ ਵੱਖ ਨਰਸਾਂ ਆਉਣਗੀਆਂ, ਵੱਖ ਸਫਾਈ ਸੇਵਕ ਹੋਣਗੇ, ਪੋਸਟ ਆਪਰੇਟਿਵ ਕੇਅਰ ਹੋਏਗੀ, ਤੁਹਾਨੂੰ ਵੱਖਰੇ ਸੀਨੀਅਰ ਰੈਜ਼ੀਡੈਂਟ ਹੋਣਗੇ, ਤੁਹਾਡੇ ਕੋਲ ਵੱਖਰੇ ਅਸੀਂ ਸਟੂਡੈਂਟਸ ਦਿਆਂਗੇ, ਮੈਡੀਕਲ ਸਟੂਡੈਂਟਸ ਜਿਹੜੇ ਸਿੱਖਣ ਵੀ, ਤੇ ਇੱਥੋਂ ਤੁਸੀਂ ਉਹਨਾਂ ਦੇ ਮਦਦ ਨਾਲ ਇਹਨਾਂ ਦੀ ਕੇਅਰ ਵੀ ਕਰ ਸਕੋ। ਇਹੋ ਜਿਹੀਆਂ ਚੀਜ਼ਾਂ ਸਾਡੇ ਹਨ ਹੀ ਨਹੀਂ, ਕਿਉਂਕਿ ਸਾਡੇ ਸਲਾਹਕਾਰ ਜਿਹੜੇ ਦਿੱਤੇ ਜਾਂਦੇ ਨੇ ਨਾ ਸਿਆਸਤਦਾਨਾਂ ਨੂੰ, ਉਹ ਸਿਰਫ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਉੱਥੇ ਤੱਕ ਸੀਮਤ ਹੋ ਜਾਂਦੇ ਨੇ ਕਿ ਸਾਨੂੰ ਕਾਰ ਦੇ ਦਿਓ, ਸਾਨੂੰ ਸਾਡੇ ਕੰਮ ਕਰਨ ਲਈ ਇੱਥੇ ਦੇ ਦਿਓ, ਜਾਂ ਸਾਨੂੰ ਕਮੇਟੀ ਦੇ ਮੈਂਬਰ ਬਣਾ ਦਿਓ, ਸਾਨੂੰ ਚੌਧਰ ਕਰਨ ਲਈ ਕੋਈ ਨਾ ਕੋਈ ਢੰਗ ਦੇ ਦਿਓ। ਇੱਥੇ ਤੱਕ ਤਾਂ ਸੀਮਤ ਹੋ ਜਾਂਦੇ ਨੇ। ਤਾਂ ਉਹ ਸਲਾਹਕਾਰ ਨਾ ਤਾਂ ਸਾਡੀਆਂ ਆਵਾਜ਼ਾਂ ਉਹਨਾਂ ਤੱਕ ਪਹੁੰਚਦੀਆਂ ਨੇ, ਨਾ ਉੱਪਰਲੀ ਆਵਾਜ਼ ਤੱਕ ਉਹ ਅੱਗੇ ਜਾਣ ਦਿੰਦੇ ਨੇ। ਸੋ ਨਤੀਜਾ ਤਾਂ ਇਹੋ ਹੋਣਾ ਜੇ ਜੋ ਕੱਲ ਵਾਪਰਿਆ, ਕਿ ਸਿਰਫ ਇੱਕ ਤਰਫਾ ਧੌਸ ਤੇ ਦੂਜੇ ਪਾਸਿਓਂ ਇੱਕ ਚੁੱਪ। ਪਰ ਇਹ ਚੁੱਪ ਕਈ ਵਾਰ ਬੜੀ ਭਿਆਨਕ ਹੁੰਦੀ। ਇਹ ਚੁੱਪੀ ਦੀ ਆਵਾਜ਼ ਜਦੋਂ ਨਿਕਲਦੀ ਜੇ ਉਦੋਂ ਬਰਦਾਸ਼ਤ ਨਹੀਂ ਜੇ ਹੁੰਦੀ। ਸੋ ਇਹੋ ਜਿਹੀ ਬਗਾਵਤ ਜਦੋਂ ਇੱਕ ਵਾਰ ਹੋ ਗਈ, ਜੋ ਹੌਲੀ ਹੌਲੀ ਦਿਸ ਰਹੀ ਹੈ ਕਿ ਘਟਦੇ ਜਾਂਦੇ ਨੇ ਇੱਥੇ ਡਾਕਟਰ, ਤਾਂ ਕਿੰਨੇ ਸਾਡੇ ਇਸ ਵੇਲੇ ਗਰੀਬੀ ਪੱਧਰ ਤੋਂ ਹੇਠਾਂ ਜੋ ਰਹਿ ਰਹੇ ਨੇ, ਉਹ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਚੱਲ ਸਕਣਗੇ? ਜੇ ਨਹੀਂ ਤਾਂ ਫਿਰ ਇੱਧਰ ਝਾਤ ਮਾਰਨ ਦੀ ਲੋੜ ਹੈ ਕਿ ਕੀ ਲੋੜਾਂ ਨੇ ਆਖਰ ਡਾਕਟਰਾਂ ਦੀਆਂ, ਕਿਉਂ ਇੱਥੇ ਨਹੀਂ ਆ ਰਹੇ। ਸਿਰਫ ਅਸੀਂ ਇੰਨਾ ਹੀ ਮੰਗ ਰਹੇ ਹਾਂ ਕਿ ਸਾਨੂੰ ਇੰਨਾ ਕੁ ਦੇ ਦਿਓ ਕਿ ਅਸੀਂ ਆਮ ਬੰਦੇ ਵਾਂਗ, ਇਨਸਾਨ ਵਾਂਗ ਬਹਿ ਤਾਂ ਸਕੀਏ, ਕੋਈ ਅਜਿਹੀ ਥਾਂ ਤਾਂ ਹੋਵੇ ਪੜ੍ਹਾਉਣ ਲਈ, ਸਾਡੇ ਕੋਲ ਕਲਾਸਰੂਮ ਹੋਣ, ਬੱਚਿਆਂ ਨੂੰ ਮੰਜਿਆਂ ਦੇ ਦੁਆਲੇ ਖੜੇ ਕਰਕੇ ਨਾ ਪੜ੍ਹਾਈਏ। ਇਹੋ ਜਿਹੀਆਂ ਚੀਜ਼ਾਂ ਵੱਲ ਤਾਂ ਸਰਕਾਰ ਨੂੰ ਧਿਆਨ ਦੇਣਾ ਹੀ ਪੈਣਾ। ਨਹੀਂ ਤਾਂ ਫਿਰ ਜ਼ਰੂਰ ਮੇਰਾ ਖਿਆਲ ਹੈ ਨਵਦੀਪ ਜੀ, ਆਪਾਂ ਇਕੱਠੇ ਵੇਖਣ ਚੱਲਾਂਗੇ 16 ਹਸਪਤਾਲਾਂ ਦੇ ਵਿੱਚ ਕਿਹੜੇ ਕਮਰੇ 'ਚ ਡਾਕਟਰ ਦਿਸਦੇ ਨੇ, ਤੇ ਕਿੰਨੇ ਕੁ ਮਰੀਜ਼, ਤੇ ਕਿੰਨੀਆਂ ਕੁ ਦਵਾਈਆਂ ਮਿਲਦੀਆਂ ਨੇ। ਜਦੋਂ ਉਹਨਾਂ ਨੂੰ ਐਮਰਜੈਂਸੀ ਵਿੱਚ ਕਹਿਣਾ ਪਿਆ ਨਾ, ਤਾਂ ਕਾਕਾ ਸਰਿੰਜਾਂ ਨੀਡਲਾਂ ਆਪਣੀਆਂ ਲਿਆ, ਦਰਦ ਦਾ ਟੀਕਾ ਆਪਣਾ ਲਿਆ, ਤਾਂ ਦੇਖਾਂਗੇ ਕਿੰਨੇ ਕਿੱਥੇ ਪਹੁੰਚਦੇ ਨੇ। ਤੇ ਮਹੱਲਾ ਕਲੀਨਿਕ ਰੱਬ ਭਲਾ ਹੀ ਕਰੇ ਚੱਲਣ। ਅਸੀਂ ਤਾਂ ਜ਼ਰੂਰ ਕਹਿੰਦੇ ਹਾਂ ਕਿ ਹਰ ਇੱਕ ਥਾਂ ਤੇ ਇਹ ਮਦਦ ਪਹੁੰਚਣੀ ਚਾਹੀਦੀ ਹੈ। ਪਰ ਇੱਕ ਅਹਿਮ ਚੀਜ਼ ਜੋ ਸਰਕਾਰ ਕਰ ਸਕਦੀ ਹੈ, ਜੇ ਸਾਡੇ ਪ੍ਰੋਗਰਾਮ ਨੂੰ ਕੋਈ ਇੱਕ ਵੀ ਸਰਕਾਰੀ ਨੁਮਾਇੰਦਾ ਜਾਂ ਕੋਈ ਵੀ ਕੰਨ ਭਰਨ ਵਾਲਾ ਹੀ ਬੰਦਾ ਜਾਂ ਸਲਾਹਕਾਰੀ ਸੁਣਦਾ ਹੋਵੇ, ਤਾਂ ਇੱਕ ਇੰਨੀ ਕੁ ਚੀਜ਼ ਹੀ ਕਰ ਦੇਣ ਕਿ ਪਿੰਡਾਂ ਦੇ ਵਿੱਚ ਜਿੰਨੀਆਂ ਡਿਸਪੈਂਸਰੀਆਂ ਨੇ, ਉਹਨਾਂ ਵਿੱਚ ਆਨਲਾਈਨ ਸਾਡੇ ਇਸ ਵੇਲੇ ਜੋ ਦੁਨੀਆ ਭਰ ਦਾ ਦਸਤੂਰ ਹੈ ਹੁੰਦਾ, ਕੋਈ ਬਹੁਤਾ ਖਰਚਾ ਨਹੀਂ ਜੇ, ਇੱਕ ਉੱਥੇ ਲੱਗਣਾ ਜੇ ਟੀਵੀ ਸਕਰੀਨ ਤੇ, ਕਿੱਥੇ ਲੱਗਣੀ ਜੇ, ਇੱਥੋਂ ਜੇ ਸਪੈਸ਼ਲਿਸਟ ਨੂੰ ਉੱਥੇ ਪਿੰਡ ਦੇ ਵਿੱਚ ਬੈਠਾ ਇੱਕ ਡਾਕਟਰ ਸਲਾਹ ਲੈ ਕੇ, ਜੋ ਕਿ MBBS ਹੈ, ਮਰੀਜ਼ ਸਾਹਮਣੇ ਦਿਖਾਵੇ, ਉਹਦੇ ਵਿੱਚ ਉਹਦੀ ਤਸਵੀਰ ਆਵੇ, ਤਾਂ ਪਿੰਡ ਦੇ ਵਿੱਚੋਂ ਲੋਕਾਂ ਨੂੰ ਹਰ ਵਾਲੇ ਭੱਜਣ ਦੀ ਲੋੜ ਨਹੀਂ ਕਿ PGI ਹੀ ਭੱਜਣਾ ਹੈ, ਹਸਪਤਾਲ ਵੱਡੇ 'ਚ ਹੀ ਭੱਜਣਾ। ਉਹਨੂੰ ਪਿੰਡ ਵਿੱਚ ਬੈਠੇ ਨੂੰ ਸਹੂਲਤ ਹੋਣੀ ਚਾਹੀਦੀ ਹੈ ਕਿ ਆਨਲਾਈਨ ਇਸ ਤਰੀਕੇ ਦੀ ਤੁਸੀਂ ਬੱਚਾ ਜਾਂ ਬਜ਼ੁਰਗ ਕੋਈ ਵੀ, ਉਹਦੀ ਕੰਸਲਟੇਸ਼ਨ ਹੋ ਸਕੇ, ਜੋ ਕਿ ਫ੍ਰੀ ਆਫ ਕਾਸਟ, ਕਿ ਇੱਥੋਂ ਦਾ ਇੱਕ ਸਪੈਸ਼ਲਿਸਟ ਜੋ ਬੈਠਾ ਹੈ, ਉਹ ਪਿੰਡ ਦੇ ਵਿੱਚ ਜਿੱਥੇ ਲੋੜ ਹੈ ਉੱਥੇ ਆਪਣੇ ਸਟੂਡੈਂਟ ਨੂੰ ਦੱਸ ਸਕਦਾ ਹੈ ਕਿ ਆਹ ਬੱਚੇ ਨੂੰ, ਆਹ ਜਾਂ ਬਜ਼ੁਰਗ ਨੂੰ ਆਹ ਬਿਮਾਰੀ ਜਾਪਦੀ ਹੈ,
ਇਹ ਇਲਾਜ ਕਰਕੇ ਵੇਖ, ਨਹੀਂ ਤਾਂ ਫਿਰ ਭੇਜੀ ਕਿ ਅਸੀਂ ਉਹਦੇ ਟੈਸਟ ਕਰਵਾ ਕੇ ਉਹਦਾ ਇਲਾਜ ਕਰ ਸਕੀਏ। ਜੀ ਯਾਨੀ ਕੋਈ ਜੀ ਇੰਨਾ ਵੱਡਾ ਵੀ ਇਸ਼ੂ ਨਹੀਂ ਹੈ। ਟੀਵੀ ਕਿੱਥੇ ਨਹੀਂ ਹੁੰਦੀ ਜਾਂ ਇਹੋ ਜਿਹੀ ਸਕਰੀਨ ਲੱਗਣੀ ਕਿੱਡਾ ਕੁ ਖਰਚਾ ਹੈ। ਸੋ ਜੇ ਆਹ ਚੀਜ਼ ਵੀ ਅਸੀਂ ਕਰ ਲਈਏ ਨਾ, ਅੱਧੇ ਮੁਹੱਲਾ ਕਲੀਨਿਕਾਂ ਦੀ ਲੋੜ ਤਾਂ ਇਹ ਸਾਡੀਆਂ ਸਰਕਾਰੀ ਡਿਸਪੈਂਸਰੀਆਂ ਦੇ ਅੰਦਰ ਬੈਠਿਆਂ ਹੀ ਪੂਰੀ ਹੋ ਸਕਦੀ। ਜੀ ਮੈਮ, ਮੈਂ ਸ਼ੁਰੂਆਤ ਦੇ ਵਿੱਚ ਵੀ ਕਹਿੰਦੀ ਹੁੰਦੀ ਹਾਂ ਤੇ ਅਖੀਰ ਦੇ ਵਿੱਚ ਵੀ ਕਹਿੰਦੀ ਹੁੰਦੀ ਹਾਂ ਕਿ ਸਾਰੇ ਦਰਸ਼ਕ ਤੇ ਉਹਨਾਂ ਦੇ ਨਾਲ ਹੀ ਮੈਂ ਤੁਹਾਡੇ ਬੇਬਾਕੀ ਦੇ ਨਾਲ ਗੱਲ ਜਿਹੜਾ ਕਰਦੇ ਹੋ, ਉਸ ਅੰਦਾਜ਼ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਇਸ ਲਈ ਅਸੀਂ ਤੁਹਾਡੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ, ਕਿਉਂਕਿ ਹਰ ਚੀਜ਼ ਨੂੰ ਕਹਿਣਾ, ਡਾਕਟਰੀ ਪੇਸ਼ੇ ਦੇ ਵਿੱਚ ਤੁਸੀਂ ਹੋ, ਸਰਕਾਰੀ ਨੌਕਰੀ ਤੁਸੀਂ ਕਰ ਰਹੇ ਹੋ, ਪਰ ਉੱਥੋਂ ਹੀ ਸਾਰੀਆਂ ਗੱਲਾਂ ਨੂੰ ਜਗ ਜ਼ਾਹਿਰ ਕਰਨਾ ਦਾਤ ਦੇਣੀ ਪੜਦੀ ਹੈ, ਕਿਉਂਕਿ ਨਹੀਂ ਬੰਦੇ ਨੂੰ ਆਪਣੀ ਨੌਕਰੀ ਦਾ ਹੀ ਖਤਰਾ ਹੁੰਦਾ ਕਿ ਕਿਤੇ ਮੈਨੂੰ ਹੀ ਫਾਰਗ ਨਾ ਕਰ ਦਿੱਤਾ ਜਾਵੇ। ਪਰ ਉੱਥੇ ਹੀ ਮੈਮ ਜਿਵੇਂ ਤੁਸੀਂ ਦੱਸਿਆ, ਤੁਸੀਂ ਸਲਾਹ ਦਿੱਤੀ ਆ ਕਿ ਜੇ ਮੁਹੱਲਾ ਕਲੀਨਿਕ ਚਲਾਉਣੇ ਆ ਤਾਂ ਹੀ ਚਲਾ ਸਕਦੇ ਆ, ਤੇ ਉਵੇਂ ਹੀ ਜੇ ਗੱਲ ਕੀਤੀ ਜਾਵੇ ਸਿਹਤ ਮੰਤਰੀ ਦੀ, ਤਾਂ ਸਿਹਤ ਮੰਤਰੀ ਦਾ ਅਹੁਦਾ ਤਾਂ ਬਹੁਤ ਵੱਡਾ ਹੁੰਦਾ, ਕਿਸੇ ਸੂਬੇ ਦਾ ਸਿਹਤ ਮੰਤਰੀ ਹੋਣਾ ਬਹੁਤ ਵੱਡਾ ਅਹੁਦਾ ਹੈ। ਤਾਂ ਕੀ ਉਹਨਾਂ ਦੇ ਲਈ ਵੀ ਨੌਲੇਜ ਦਾ ਭੰਡਾਰ ਹੋਣਾ ਜ਼ਰੂਰੀ ਨਹੀਂ ਹੈ, ਕਿ ਉਹਨਾਂ ਦੇ ਲਈ ਵੀ ਪ੍ਰੋਪਰ ਐਜੂਕੇਸ਼ਨ ਦਾ ਹੋਣਾ, ਕਿ ਸਿਹਤ ਅਜਿਹਾ ਮਾਮਲਾ ਜਿਸ ਦੇ ਨਾਲ ਸਭ ਕੁਝ ਸਿਹਤ ਦੇ ਨਾਲ ਹੀ ਹੈ। ਜੇ ਸਿਹਤ ਹੈ ਤਾਂ ਇਨਸਾਨ ਹੈ, ਜੇ ਸਿਹਤ ਹੈ ਹੀ ਨਹੀਂ ਤਾਂ ਇਨਸਾਨ ਨਹੀਂ ਹੈ। ਤਾਂ ਉਸ ਚੀਜ਼ ਨੂੰ ਲੈ ਕੇ ਸਰਕਾਰਾਂ ਕਿਉਂ ਕੰਨ ਕਤਰਾ ਜਾਂਦੀਆਂ ਨੇ, ਕਿਉਂ ਉਹ ਅਹੁਦੇ ਨੇ ਜਿਹੜੇ ਉਹਨਾਂ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ ਜੋ ਉਹਨਾਂ ਦੇ ਹੱਕਦਾਰ ਨੇ, ਜਿਨ੍ਹਾਂ ਨੂੰ ਇਸ ਪੇਸ਼ੇ ਬਾਰੇ ਨੌਲੇਜ ਹੋਵੇ, ਜਿਨ੍ਹਾਂ ਨੂੰ ਪਤਾ ਹੋਵੇ ਵੀ ਕਿਵੇਂ ਸੈਟਲਮੈਂਟ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕਰਨੀ ਹੈ। ਦੇਖੋ ਨਾ, ਦੋ ਅਹਿਮ ਗੱਲਾਂ ਤੁਸੀਂ ਆਪਣੇ ਆਪ ਹੀ ਕਹਿ ਦਿੱਤੀਆਂ ਨੇ, ਮੈਂ ਤਾਂ ਸਿਰਫ ਉਹਨਾਂ ਨੂੰ ਸਪਸ਼ਟੀਕਰਨ ਹੀ ਦੇਣ ਲੱਗੀ ਆ ਕਿ ਜੇ ਸੋਚਣ ਸਮਝਣ ਯੋਗ ਬੰਦਾ ਉੱਥੇ ਲੈ ਆਣਗੇ, ਭਾਈ ਫਿਰ ਘਪਲੇ ਤੁਸੀਂ ਤੇ ਮੈਂ ਕਰਨੇ ਨੇ, ਕਿਹਨਾਂ ਨੇ ਕਰਨੇ ਨੇ? ਉਹਨਾਂ ਨੂੰ ਚਾਹੀਦੇ ਹੀ ਉਹ ਨੇ ਜਿਹੜੇ ਤਮਾਸ਼ਬੀਨ ਬਣ ਕੇ ਲੋਕਾਂ ਨੂੰ ਮੂਰਖ ਬਣਾ ਸਕਣ ਤੇ ਲੋਕਾਂ ਨੂੰ ਭਰਮਾ ਸਕਣ। ਉਹ ਕੋਈ ਸਿਆਣਾ ਸੂਝਵਾਨ ਬੰਦਾ ਕਿੱਥੇ ਕਰੇਗਾ? ਉਹਦਾ ਕਿਤੇ ਨਾ ਕਿਤੇ ਤਾਂ ਅੰਦਰਲੀ ਉਹਦੀ ਅਣਖ ਜਾਗਦੀ ਹੋਏਗੀ, ਉਹਨੂੰ ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਕਚੋਟਦਾ ਹੋਏਗਾ ਕਿ ਭਾਈ ਇਹ ਗੱਲ ਗਲਤ ਹੈ। ਸੋ ਉਹ ਚਾਹੀਦੇ ਨੇ ਬੰਦੇ ਸਿਆਸਤ ਵਿੱਚ ਮੋਟੀ ਚਮੜੀ ਵਾਲੇ, ਜਿਹੜੇ ਇਹ ਚੀਜ਼ਾਂ ਨੂੰ ਬਿਲਕੁਲ ਪਰਾਂ ਤੱਕ ਦੇਣ ਤੇ ਹੀ ਇੱਕੋ ਸੋਚ ਵਿੱਚ ਹੋਏ ਕਿ ਮੈਂ ਸਿਰਫ ਆਪਣੇ ਆਪ ਨੂੰ ਕਿਵੇਂ ਸਲਾਮਤ ਰੱਖਣਾ। ਉਹਦੇ ਵਿੱਚ ਜੇ ਇੱਕ ਆਈਏਐਸ ਆਫਿਸਰ ਦੀ ਗੱਲ ਕਰੀਏ, ਜਿਹੜਾ ਬੀਏ ਪਾਸ ਉੱਥੇ ਚਲਾ ਗਿਆ, ਡਾਕਟਰ ਤੋਂ ਘੱਟ ਹੀ ਪੜ੍ਹਿਆ ਲਿਖਿਆ ਗਿਆ ਹੈ ਨਾ, ਜਿਸ ਤਰੀਕੇ ਦੀ ਉਹ ਚੌਧਰ ਉੱਥੇ ਦਿਖਾਉਂਦਾ, ਸੱਚ ਜਾਣਿਓ ਮੈਂ ਆਪਣੇ ਅੱਖੀਂ ਦੇਖਿਆ। ਉਹਨੇ ਕਿਹਾ ਇੱਕ ਡਾਕਟਰ ਨੂੰ ਕਿ ਝੁੱਕ ਕੇ ਗੋਡਿਆਂ ਪਰਨੀ ਮਾਫੀ ਮੰਗ। ਮੈਂ ਅੱਖੀਂ ਵੇਖੀ ਗਵਾਹ, ਇੱਕ ਆਈਏਐਸ ਆਫਿਸਰ ਵੱਲੋਂ ਕੀਤਾ, ਜੋ ਕਿ ਸਿਹਤ ਦਾ ਹੀ ਸਕੱਤਰ ਸੀ, ਕਿ ਗੋਡਿਆਂ ਪਰਨੀ ਹੋ, ਮਾਫੀ ਮੰਗ, ਫਿਰ ਮੈਂ ਤੇਰਾ ਇਹ ਕੇਸ ਜਿਹੜਾ ਠੀਕ ਕਰ ਦਿੰਦਾ। ਯਾਨੀ ਇਸ ਕਦਰ ਦੀ ਹੈਂਕੜ ਇੱਕ ਆਈਏਐਸ ਆਫਿਸਰ ਵਿੱਚ, ਜਿਸ ਨੂੰ ਸਕਿੰਟਾਂ ਵਿੱਚ ਬਦਲ ਕੇ ਦੂਜੇ ਪਾਸੇ ਮਹਿਕਮੇ ਚ ਲਾ ਦਿੰਦਾ ਹੈ। ਜ਼ਰਾ ਸੋਚੋ, ਬੀਏ ਪਾਸ, ਉਹਨੂੰ ਐਗਰੀਕਲਚਰ ਦੀ ਵੀ ਸਮਝ ਆ ਜਾਂਦੀ ਹੈ ਇੱਕੋ ਦਿਨ ਵਿੱਚ, ਉਹਨੂੰ ਹੈਲਥ ਦੀ ਵੀ ਸਮਝ ਆ ਜਾਂਦੀ ਹੈ ਇੱਕੋ ਦਿਨ ਵਿੱਚ, ਉਹਨੂੰ ਇੱਕੋ ਦਿਨ ਵਿੱਚ ਸਮਝ ਆ ਜਾਂਦੀ ਹੈ ਬਿਜਲੀ ਦਾ ਮੈਂ ਕੀ ਕਰਨਾ। ਯਾਨੀ ਹੈ ਤਾਂ ਬੀਏ ਪਾਸ ਹੀ, ਪਰ ਉਹਨੂੰ ਜਿਸ ਤਰੀਕੇ ਸਮਝਾ ਦਿੱਤਾ ਗਿਆ ਕਿ ਭਾਈ ਘੁੱਗੀ ਹੋਈ ਮਾਰਨੀ ਹੈ, ਵਕਤ ਹੀ ਟਪਾਉਣਾ, ਸ਼ਾਮ ਨੂੰ ਗੋਲਫ ਖੇਡ ਆਈ, ਕੋਈ ਗੱਲ ਨਹੀਂ, ਐਸ਼ ਹੈ, ਤੇਰੇ ਕੋਲ ਬੰਦਾ ਹੈ, ਤੇਰੇ ਕੋਲ ਗੱਡੀ ਹੈ, ਸਾਰਾ ਕੁਛ ਹੈ, ਤੂੰ ਮਜ਼ੇ ਕਰ। ਇਹ ਚੀਜ਼ ਜਿਹੜੀ ਅਸੀਂ ਸੋਚ ਲੈਂਦੇ, ਇਹਦੇ ਵਿੱਚ ਵੀ ਕੁਝ ਵਿਰਲੇ ਨੇ ਉਂਗਲਾਂ ਚ ਗਿਣੇ ਜਾਣ ਵਾਲੇ, ਜਿਹੜੇ ਇਸ ਸੋਚ ਨੂੰ ਤੋੜ ਕੇ ਬਾਹਰ ਨਿਕਲਦੇ ਨੇ, ਜਿਨ੍ਹਾਂ ਨੇ ਵਾਕਈ ਕੰਮ ਕਰਕੇ ਵਿਖਾਇਆ, ਜਿਨ੍ਹਾਂ ਦੀ ਅੱਜ ਵੀ ਅਸੀਂ ਯਾਦ ਕਰਦੇ ਹਾਂ ਕਿ ਵਾਕਈ ਇਹੋ ਜਿਹਾ ਵੀ ਕੋਈ ਆਈਏਐਸ ਹੋ ਸਕਦਾ। ਯਾਨੀ ਇੰਜ ਦੇ ਹੀ ਅਸੀਂ ਪੀਸੀਐਸ ਆਫਿਸਰ ਵੀ ਸਾਰੇ ਤਾਂ ਨਹੀਂ ਹਨ, ਕੁਝ ਜਿਹੜੇ ਵਾਕਈ ਚੱਜ ਦਾ ਕੰਮ ਵੀ ਕਰਦੇ ਨੇ, ਇੱਕ ਆਪਣੀ ਯਾਦ ਛੱਡ ਕੇ ਜਾਂਦੇ ਨੇ ਆਉਣ ਵਾਲੀਆਂ ਪੁਸ਼ਤਾਂ ਲਈ ਕਿ ਇੰਜ ਕੰਮ ਹੋਇਆ ਕਰਦੇ ਨੇ। ਸੋ ਉਹ ਆਪਣੇ ਉੱਪਰਲਿਆਂ ਨਾਲ, ਯਾਨੀ ਸਿਆਸਤਦਾਨਾਂ ਨਾਲ ਵੀ ਲੜ ਪੈਂਦੇ ਨੇ ਕਿ ਨਹੀਂ ਤੁਸੀਂ ਗਲਤ ਕਰ ਰਹੇ ਹੋ। ਸੋ ਸਾਡੀ ਕਾਸ਼ ਇਹ ਸੋਚ ਵੱਡੀ ਪੱਧਰ ਤੇ ਫੈਲੇ, ਇਹੋ ਜਿਹੇ ਚੰਗੇ ਸਾਡੇ ਆਈਏਐਸ ਆਈਪੀਐਸ ਆਫਿਸਰ ਪੀਸੀਐਸ ਆਫਿਸਰ ਜ਼ਿਆਦਾ ਆਉਣ, ਇਹਨਾਂ ਨੂੰ ਸਿਆਸਤਦਾਨਾਂ ਦੀਆਂ ਗਲਤ ਜੋ ਸੋਚਣੀ ਹੈਗੀ ਉਹਨੂੰ ਉਹਦੇ ਵਿੱਚ ਤਬਦੀਲ ਕਰ ਸਕਣ। ਕੁਝ ਲੋਕ ਭਲਾਈ ਦੇ ਕੰਮ ਕਰਨਗੇ, ਯਕੀਨਨ ਸਦੀਆਂ ਤੱਕ ਉਹ ਯਾਦ ਰੱਖੇ ਜਾਣਗੇ। ਪਰ ਜੇ ਅਸੀਂ ਕਹਾਂਗੇ ਕਿ ਇੱਕ ਬਿਜਲੀ ਮਹਿਕਮੇ ਵਿੱਚ ਉਸੇ ਤਰ੍ਹਾਂ ਦਾ ਸਿਆਣਾ ਲਾ ਦਿੱਤਾ ਜਾਵੇ ਜਿਹੜਾ ਕਹੇਗਾ ਕਿ ਇੰਜ ਤੁਸੀਂ ਬਿਜਲੀ ਬਚਾ ਸਕਦੇ ਹੋ, ਭਾਈ ਫਿਰ ਉਹ ਵੋਟਾਂ ਕਿਵੇਂ ਲੈਣਗੇ? ਸੋ ਇਹ ਲਟਕਾਉਣ ਦਾ ਕੰਮ ਜਿਹੜਾ ਜੇ ਨਾ ਬੜਾ ਖੂਬਸੂਰਤ ਹੁੰਦਾ ਜੇ, ਉਹ ਸਿਆਸਤਦਾਨਾਂ ਨੂੰ ਹੀ ਭਾਸਦਾ ਜੇ, ਕਿਉਂਕਿ ਕਹਿੰਦੇ ਨੇ ਨਾ, ਜਦੋਂ ਝੂਠ ਬੋਲਣਾ ਸਿੱਖ ਜਾਓ ਤਾਂ ਅਸੀਂ ਪਹਿਲੀ ਪੌੜੀ ਸਿਆਸਤ ਦੀ ਤਾਂ ਚੜ੍ਹ ਲਈ, ਅੱਗੇ ਆਪਣੇ ਆਪ ਚੀਜ਼ਾਂ ਆ ਜਾਣਗੀਆਂ। ਸੋ ਇਸੇ ਤਰ੍ਹਾਂ ਹੀ ਜਿਸ ਨੂੰ ਸਪੈਸ਼ਲਾਈਜ਼ਡ ਬੰਦੇ ਨੂੰ ਲਾ ਦਿਓਗੇ, ਉਹ ਤਾਂ ਸਾਰਾ ਮਾਹੌਲ ਹੀ ਠੀਕ ਕਰ ਦੇਗਾ। ਤਾਂ ਫਿਰ ਅੱਗੋਂ ਇਹਨਾਂ ਲਈ ਕਰਨ ਲਈ ਕੀ ਰਹਿਣਾ? ਅਗਲੀ ਵਾਰ ਵੋਟਾਂ ਕੀ ਕਹਿ ਕੇ ਮੰਗਣਗੇ? ਕੁਝ ਤੇ ਕੰਮ ਛੱਡਣੇ ਹੀ ਪੈਂਦੇ ਨੇ।
ਜੀ ਬਿਲਕੁਲ। ਤੇ ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਾਂਗੀ ਕਿ ਵਾਕਿਆ ਹੀ ਅਸੀਂ ਡਾਕਟਰ ਹਰਸ਼ਿੰਦਰ ਕੌਰ ਨੂੰ ਸੈਲਿਊਟ ਕਰਦੇ ਹਾਂ ਕਿ ਉਹ ਬੜੀ ਵਿਵਾਕੀ ਦੇ ਨਾਲ ਸਾਰੇ ਹੀ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਨਾਲ ਦੀ ਨਾਲ ਅਸੀਂ ਮਾਨ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਪ੍ਰੋਗਰਾਮ ਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਕਿੱਥੇ-ਕਿੱਥੇ ਕੀ ਕੁਝ ਹੋ ਰਿਹਾ, ਵੈਸੇ ਤਾਂ ਸਭ ਕੁਝ ਜਗ ਜ਼ਾਹਿਰ ਹੀ ਹੈ, ਪਰ ਸ਼ਾਇਦ ਇੱਥੋਂ ਵੀ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ। ਤੁਹਾਡੇ ਜਿਹੜੇ ਸਿਹਤ ਮੰਤਰੀ ਨੇ ਬਹੁਤ ਕੁਝ ਸੁਧਾਰ ਕਰ ਸਕਦੇ ਨੇ। ਠੀਕ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ ਜਿਹੜੀ ਹੈਗੀ ਆ ਉਹ ਵਰਤੀ ਜਾਂਦੀ ਹੈ। ਮਾਫੀ ਚਾਹਾਂਗੀ ਕਿ ਮੈਂ ਇਹ ਸ਼ਬਦ ਵਰਤ ਰਹੀ ਹਾਂ, ਪਰ ਜੋ ਹੋਇਆ ਉਹ ਗਲਤ ਹੋਇਆ। ਇੱਕ ਵੀਸੀ ਅਹੁਦੇ ਦੇ ਬੰਦੇ ਦੇ ਨਾਲ ਤੁਸੀਂ ਅਜਿਹਾ ਸਲੀਕਾ ਕੀਤਾ ਜੋ ਸਰਾਸਰ ਨਿੰਦਣਯੋਗ ਹੈ। ਪਰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕੀ ਕੁਝ ਜਿਹੜਾ ਹੋ ਰਿਹਾ ਹਸਪਤਾਲਾਂ ਦੇ ਵਿੱਚ, ਕਿਸ ਤਰੀਕੇ ਦੇ ਕੰਮਕਾਰ ਨੇ ਚੱਲ ਰਹੇ ਨੇ, ਉਹਨਾਂ ਨੂੰ ਨੇਪਰੇ ਕਿਵੇਂ ਚਾੜਨਾ ਤੇ ਉਹਨਾਂ ਦੇ ਵਿੱਚ ਸੁਧਾਰ ਕਿਵੇਂ ਲੈ ਕੇ ਆਉਣਾ, ਇਹ ਸਭ ਕੁਝ ਤੁਹਾਡੇ ਹੱਥ ਹੈ। ਤੇ ਆਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸਭ ਕੁਝ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਛ ਸੁਣੀਏ ਕਿਛ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।